ਨਰਿੰਦਰ ਤੋਮਰ ਵੀ ਮਨ 'ਚ ਹੱਸਦਾ ਹੋਣਾ ਆ ਵੀ ਸੁਖਵੀਰ ਸਿੰਘ ਜਿੱਦਣ ਸਾਈਨ ਕੀਤੇ ਸੀ ਉਦੋਂ ਤਾਂ ਤੁਸੀਂ ਵੀ ਨਾਲ ਹੀ ਸੀਗੇ। ਹੁਣ ਮੈਨੂੰ ਤਖਤੀਆਂ ਤੁਸੀਂ ਦਿਖਾ ਰਹੇ ਆ ਨੋ ਫਾਰਮਰ ਨੋ ਫੂਡ ਦੀਆਂ। ਤੇ ਸਰਕਾਰ ਨੂੰ ਪਿਛਲੇ 7 ਸਾਲਾਂ ਵਿੱਚ ਕਿਸੇ ਮੁੱਦੇ ਤੇ ਵੀ ਇੰਨਾ ਵਿਰੋਧ ਨਹੀਂ ਦੇਖਣਾ ਪਿਆ ਜਿੰਨਾ ਵਿਰੋਧ ਇਸ ਵੇਲੇ ਮੌਨਸੂਨ ਸੈਸ਼ਨ ਦੇ ਵਿੱਚ ਸਰਕਾਰ ਨੂੰ ਦੇਖਣਾ ਪਿਆ। ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ਅੰਗਰੇਜ਼ਾਂ ਨੇ ਵੀ ਉਹਨੇ ਤੰਗ ਨਹੀਂ ਕੀਤਾ ਸੀ ਜਿੰਨੇ ਇਸ ਸਮੇਂ ਦੀਆਂ ਸਰਕਾਰਾਂ ਨੇ ਪਿਛਲੇ 50 ਸਾਲਾਂ 'ਚ 60 ਸਾਲਾਂ 'ਚ ਕਿਸਾਨ ਲੋਕਾਂ ਨੂੰ ਜਾਂ ਕਿਸਾਨ ਤਬਕੇ ਨੂੰ ਜਾਂ ਖੇਤੀ ਕਰਨ ਵਾਲੇ ਲੋਕਾਂ ਨੂੰ ਤੰਗ ਕੀਤਾ। ਕਿ ਕੁਝ ਬੀਜੇਪੀ ਦੇ ਲੋਕਾਂ ਦੇ ਬਿਆਨ ਆਏ ਆ ਕਿ ਅਸੀਂ ਜਿਹੜਾ ਧੱਕੇ ਨਾਲ ਜਿਹੜਾ ਬਾਰਡਰ ਖਾਲੀ ਕਰਾਵਾਂਗੇ। 40 ਦੇ 40 ਜਿਹੜੇ ਸੀਗੇ ਕਿਸਾਨ ਲੀਡਰ ਤੇ ਨਾਲ ਨਰਿੰਦਰ ਤੋਮਰ ਨਾਲ ਇਹਦੇ ਦੂਸਰੇ ਦੋ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਜੀ ਸਾਰਿਆਂ ਨੇ ਖੜੇ ਹੋ ਕੇ ਮੌਨ ਧਾਰਿਆ, ਸ਼ਰਧਾਂਜਲੀ ਦਿੱਤੀ। ਤੇ ਜੇ ਕੋਈ ਬੰਦਾ ਸ਼ਹੀਦ ਹੋਇਆ ਹੀ ਨਹੀਂ ਸੀ, ਬੰਦਾ ਦੁਨੀਆ ਛੱਡ ਕੇ ਗਿਆ ਹੀ ਸੀਗਾ, ਤੇ ਫਿਰ ਇਹਨਾਂ ਨੇ ਸ਼ਰਧਾਂਜਲੀ ਕਿਹਨੂੰ ਦਿੱਤੀ ਸੀ? ਉਹ ਜਿਹੜੀ ਸ਼ਰਧਾਂਜਲੀ ਸੀ ਉਹ ਆਪਣੀ ਸ਼ਰਮ ਨੂੰ ਦਿੱਤੀ ਸੀ ਤੇ ਆਪਣੇ ਸੱਚ ਨੂੰ ਦਿੱਤੀ ਸੀ ਕਿ ਨਾ ਤੇ ਮੈਨੂੰ ਕਿਸੇ ਗੱਲ ਦੀ ਸ਼ਰਮ ਆ ਤੇ ਨਾ ਆਪਾਂ ਸੱਚ ਬੋਲਣ ਦੀ ਰੱਖਦੇ ਹਾਂ। ਇਹਨਾਂ ਨੇ ਲੋਕਾਂ ਨੂੰ ਸਿਰਫ ਧਰਮ ਦੇ ਨਾਂ ਤੇ ਵੰਡ ਕੇ, ਜਾਤਾਂ ਦੇ ਨਾਂ ਤੇ ਵੰਡ ਕੇ ਵੋਟਾਂ ਲੈਣ ਦਾ ਠੇਕਾ ਲਿਆ ਹੋਇਆ। ਸਾਰੇ ਹਿੰਦੁਸਤਾਨ ਦੀ ਇੰਡਸਟਰੀ ਨੂੰ ਬੰਦ ਕਰਕੇ ਸਾਰੀ ਦੀ ਸਾਰੀ ਜਿਹੜੀ ਆਕਸੀਜਨ ਸਪਲਾਈ ਸੀ ਉਹ ਸਾਰੇ ਭਾਰਤ ਦੇ ਕਰੋਨਾ ਮਰੀਜ਼ਾਂ ਨੂੰ ਕਿਉਂ ਦਿੱਤੀ ਗਈ? ਇੱਥੇ ਛੋਟੇ ਜਿਹੜੇ ਵੈਲਡਿੰਗ ਦੀਆਂ ਦੁਕਾਨਾਂ ਚਲਾਉਂਦੇ ਉਹਨਾਂ ਨੂੰ ਵੀ ਮਹੀਨਾ ਸਿਲੰਡਰ ਨਹੀਂ ਮਿਲਦੇ ਤੇ ਇਹ ਕਹਿੰਦੇ ਆਕਸੀਜਨ ਦੀ ਕਮੀ ਦੇ ਨਾਲ ਮਰਿਆ ਹੀ ਕੋਈ। WhatsApp ਦੀਆਂ ਕਾਲਿੰਗ ਵੀ ਪੈਗਾਸਸ ਸੁਣ ਸਕਦਾ ਤੇ ਇੰਨਾ ਸੱਚ ਕਿਸੇ ਸਰਕਾਰ ਨੇ ਨਹੀਂ ਬੋਲਣਾ ਕਿ ਇਹ ਜਾਲੀ ਜਾਣਕਾਰੀ ਆ ਉਹ ਸੱਚ ਹੈ ਜਾਂ ਝੂਠ ਹੈ। ਪ੍ਰਧਾਨਗੀ ਮਿਲ ਗਈ, ਉਹ ਕੇਸ ਖਤਮ ਹੋ ਗਿਆ, ਪਰ ਲੜਾਈ ਹੁਣ ਸ਼ੁਰੂ ਹੋ ਗਈ। ਪਰ ਇਹ ਜਿਹੜਾ ਫੈਸਲਾ ਵੀ ਮੇਰੇ ਤੋਂ ਮਾਫੀ ਮੰਗ ਤੇ ਕਿਹੜੀ ਗੱਲ ਦੀ ਮਾਫੀ ਸੀ? ਅੜੀ ਚੰਗੀ ਨਹੀਂ, ਪਰ ਪੰਜਾਬ ਦਾ ਇੱਕ ਬੰਦਾ ਅੜ ਗਿਆ ਮਾਫੀ ਮੰਗਾਉਣ। ਦੋਵੇਂ ਸਿੱਧੂ ਨੇ, ਦੋਵੇਂ ਪਟਿਆਲਵੀ ਆਗੂ ਨੇ ਤੇ ਦੋਵੇਂ ਖਿਡਾਰੀ ਜਿੱਤੂਗਾ ਕਿਹੜਾ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮਹਿਮਾਨ ਮੇਰੇ ਨਾਲ ਮੌਜੂਦ ਨੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਰੌਲਿਆਂ ਦੀ। ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਰੌਲਾ ਰੱਪਾ ਪੈ ਰਿਹਾ ਉਹਦੀ ਗੱਲ ਕਰਾਂਗੇ, ਇਜ਼ਰਾਈਲੀ ਜਸੂਸੀ ਤੰਤਰ ਪੈਗਾਸਸ ਦੀ ਵੀ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਸਾਹਿਬ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਗਾ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਮੌਨਸੂਨ ਸੈਸ਼ਨ ਤੋਂ ਕਰਦੇ ਹਾਂ। ਕਿਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ ਸੈਸ਼ਨ ਦੇ ਅੰਦਰ ਤੇ ਬਾਹਰ? ਸਵਲੀਨ, ਗੱਲ ਇਸ ਤਰ੍ਹਾਂ ਆ ਕਿ ਜਿੱਦਾਂ ਲੱਗ ਰਿਹਾ ਸੀਗਾ ਕਿ ਪਿਛਲਾ ਸੈਸ਼ਨ ਜਿਹੜਾ ਸਰਦ ਰੁੱਤ ਦਾ ਸੀਗਾ ਉਹ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਡਰਦਿਆਂ ਸਕਿਪ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਬਜਟ ਸੈਸ਼ਨ ਜਿਹੜਾ ਆ ਉਹ ਫਿਰ ਸਰਕਾਰ ਦੁਆਰਾ ਕਰਦੀ ਆ। ਉਸ ਬਜਟ ਸੈਸ਼ਨ ਤੋਂ ਲੈ ਕੇ ਤਾਂ ਪਿਛਲਾ ਜਿਹੜਾ ਸਕਿਪ ਹੋਇਆ ਸੈਸ਼ਨ ਸੀ ਉਹਦੇ ਵਿੱਚ 26 ਜਨਵਰੀ ਵਾਲੀ ਜਿਹੜੀ ਘਟਨਾ ਕਿਸਾਨੀ ਮੋਰਚੇ ਵਾਲੀ ਉਹ ਵਾਪਰ ਚੁੱਕੀ ਸੀ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਉਹਦੇ ਮੰਤਰੀਆਂ ਨੇ ਜੋ ਵੀ ਕੁਝ ਕਿਸਾਨਾਂ ਲਈ ਬੋਲਿਆ ਜਾ ਸਕਦਾ ਸੀ ਜਾਂ ਕਿਸਾਨਾਂ ਦੇ ਲੀਡਰਾਂ ਦੇ ਖਿਲਾਫ ਬੋਲਿਆ ਜਾ ਸਕਦਾ ਸੀ, ਇੱਦਾਂ ਦੇ ਵੀ ਲਫ਼ਜ਼ ਬਈ ਅੰਦੋਲਨ ਜੀਵੀ ਪਰਜੀਵੀ ਤੱਕ ਦੇ ਲਫ਼ਜ਼ ਵੀ ਆਪਾਂ ਨੂੰ ਸੁਣਨੇ ਨੂੰ ਮਿਲੇ। ਤੇ ਇਹ ਤੋਂ ਇਹ ਲੱਗ ਰਿਹਾ ਸੀ ਵੀ ਸਰਕਾਰ ਦਾ ਹੱਥ ਉਸ ਵੇਲੇ ਅੰਦੋਲਨ ਦੇ ਪੂਰਾ ਉੱਪਰ ਹੋ ਚੁੱਕਾ ਸੀ ਤੇ ਕਿਸਾਨੀ ਮੁੱਦਾ ਜਿਹੜਾ ਉਸ ਵੇਲੇ ਨੀਵਾਂ ਪੈ ਚੁੱਕਾ ਸੀ। ਤਾਂ ਸਰਕਾਰ 26 ਜਨਵਰੀ ਦਾ ਝੰਡੇ ਵਾਲੀ ਜਿਹੜੀ ਉਹ ਘਟਨਾ ਵਾਪਰੀ ਉਹਨੂੰ ਲੈ ਕੇ ਤੇ ਅੰਦੋਲਨ ਨੂੰ ਉਸ ਵੇਲੇ ਇਗਨੋਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਈ ਸੀ। ਉਸ ਤੋਂ ਬਾਅਦ ਹੁਣ ਜਿਹੜਾ ਮੌਨਸੂਨ ਦਾ ਸੈਸ਼ਨ ਆਇਆ ਤੇ ਲਗਭਗ ਤਕਰੀਬਨ ਹੁਣ 8 ਮਹੀਨੇ ਹੋਣ ਜਾ ਰਹੇ ਆ ਕਿਸਾਨੀ ਅੰਦੋਲਨ ਨੂੰ ਵੀ। ਤੇ ਉਹ 'ਚ ਦੇਖਦੇ ਆ ਕਿ ਜਿਸ ਤਰ੍ਹਾਂ ਕਿਸਾਨੀ ਲੀਡਰਾਂ ਨੇ ਵਿਰੋਧੀ ਪਾਰਟੀਆਂ ਨੂੰ ਇੱਕ ਵਿਪ ਜਾਰੀ ਕਰ ਦਿੱਤਾ, ਉਹਦੇ ਮੁਤਾਬਕ ਜਿਹੜਾ ਸੰਸਦ ਦੇ ਵਿੱਚ ਪਿਛਲੇ 2 ਦਿਨ ਤੋਂ ਹੰਗਾਮਾ ਹੋ ਰਿਹਾ। ਵਿਰੋਧੀ ਪਾਰਟੀਆਂ ਇਸ ਵੇਲੇ ਪੂਰੀ ਆਪਣੀ ਤਨਦੇਹੀ ਦੇ ਨਾਲ ਜਿੰਨੀ ਉਹਨਾਂ ਦੀ ਵਿਰੋਧਤਾ ਭਾਸ ਬਣਦੀ ਆ ਹਰ ਮੁੱਦਿਆਂ ਨੂੰ ਲੈ ਕੇ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੋਵੇ, ਚਾਹੇ ਉਹ ਜਸੂਸੀ ਦਾ ਮੁੱਦਾ ਹੋਵੇ ਤੇ ਚਾਹੇ ਉਹ ਕਿਸਾਨੀ ਮੁੱਦਾ ਹੋਵੇ, ਇਹ ਸਾਰੀਆਂ ਮੁੱਦਿਆਂ ਨੂੰ ਲੈ ਕੇ 2 ਦਿਨ ਤੋਂ ਸੰਸਦ ਜਿਹੜੀ ਆ ਇਸ ਵੇਲੇ ਵਿਰੋਧੀ ਧਿਰ ਨੇ ਬਿਲਕੁਲ ਬਲੌਕ ਕੀਤੀ ਹੋਈ ਆ। ਭਾਵੇਂ ਕਿ ਰਾਜ ਸਭਾ ਦੇ ਵਿੱਚ ਥੋੜਾ ਜਿਹਾ ਮਹਿੰਗਾਈ ਦੇ ਮੁੱਦੇ ਤੇ ਚਰਚਾ ਹੋਈ ਆ, ਪਰ ਫਿਰ ਵੀ ਆਪਾਂ ਦੇਖਦੇ ਆ ਕਿ ਜਿਸ ਤਰ੍ਹਾਂ ਕਿਸਾਨੀ ਮੁੱਦਾ, ਮਹਿੰਗਾਈ ਦਾ ਮੁੱਦਾ ਤੇ ਜਸੂਸੀ ਦਾ ਮੁੱਦਾ ਪਿਛਲੇ 2 ਦਿਨ ਦੇ ਵਿੱਚ ਇਸ ਵੇਲੇ ਸਰਕਾਰ ਨੂੰ ਨਹੀਂ ਪੂਰਾ ਕਟਹਿਰੇ 'ਚ ਖੜਾ ਕੀਤਾ ਹੋਇਆ। ਤੇ ਇਸੇ ਕਰਕੇ ਜਿਹੜਾ ਮੌਨਸੂਨ ਸੈਸ਼ਨ ਆ ਉਹ ਹਜੇ ਵੀ ਪੂਰੀ ਸਹੀ ਢੰਗ ਨਾਲ ਤਾਂ ਚੱਲ ਨਹੀਂ ਰਿਹਾ। ਭਾਵੇਂ ਕਿ ਪਹਿਲੀ ਜਿਹੜੀ ਸਰਬ ਪਾਰਟੀ ਮੀਟਿੰਗ ਪ੍ਰਧਾਨ ਮੰਤਰੀ ਨੇ ਸਾਰੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਸੀਗੀ, ਪਰ ਜਿਹੜੀ ਕੱਲ ਦੀ ਸਰਬ ਪਾਰਟੀ ਮੀਟਿੰਗ ਸੱਦੀ ਗਈ ਉਹਦੇ ਵਿੱਚ ਜਿਹੜਾ ਖੱਬੇ ਪੱਖੀ ਆ ਜਿਹੜੇ ਉਹ ਇਸ ਗੱਲ ਤੋਂ ਬਾਈਕਾਟ ਕਰ ਗਏ।
ਇਸ ਵੇਲੇ ਸਰਕਾਰ ਕੋਲ ਕੋਈ ਵੀ ਰਸਤਾ ਜਿਹੜਾ ਆ ਉਹ ਦਿਸ ਨਹੀਂ ਰਿਹਾ। ਸਰਕਾਰ ਦੀ ਆਪਣੀ ਪਾਰਟੀ ਦੇ ਜਿਹੜੇ ਸੁਬਰਮਨ ਸਵਾਮੀ ਹੈਗੇ ਆ, ਉਹ ਵੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਇਸ ਲਈ ਘੇਰ ਰਹੇ ਆ ਕਿ ਜੇ ਇਹ ਗੱਲ ਉੱਠੀ ਆ, ਜਸੂਸੀ ਦਾ ਮਾਮਲਾ ਇਜ਼ਰਾਈਲ ਦੀ ਕੰਪਨੀ ਨੇ ਉਹ ਉਠਾਇਆ ਆ, ਤੇ ਇਹਦੇ ਲਈ ਤੁਹਾਨੂੰ ਜਾਂਚ ਕਰਾਉਣੀ ਚਾਹੀਦੀ ਆ, ਜੇਪੀਸੀ ਬਣਨੀ ਚਾਹੀਦੀ ਆ, ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ। ਐਡੇ ਐਡੇ ਵੱਡੇ ਲੀਡਰ ਜਿਹੜੇ ਭਾਰਤੀ ਰਾਜਨੀਤੀ ਦੇ ਵਿੱਚ ਆਪਣਾ ਰਸੂਖ ਰੱਖਦੇ ਆ, ਉਹਨਾਂ ਦੇ ਜੇ ਫੋਨ ਟੈਪ ਹੁੰਦੇ ਆ, ਜੇ ਉਹਨਾਂ ਦਾ ਸਾਰਾ ਡਾਟਾ ਜਿਹੜਾ ਇਸ ਵੇਲੇ ਸਰਕਾਰ ਚੋਰੀ ਕਰਕੇ ਤੇ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਜਿਹੜੀ ਆ ਉਹ ਸਾਰੀ ਜਿਹੜੀ ਇਸ ਵੇਲੇ ਖਤਰੇ 'ਚ ਪੈ ਗਈ ਆ। ਜੇ ਇਹ ਗੱਲ ਸੱਚ ਆ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ। ਇਹਨਾਂ ਗੱਲਾਂ ਸਾਰੀਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਇਸ ਵੇਲੇ ਆਪਣਾ ਪੂਰਾ ਵਧੀਆ ਰੋਲ ਜੀ ਕਹਿ ਸਕਦੇ ਪਿਛਲੇ 7 ਸਾਲ ਦੇ ਵਿੱਚ ਸ਼ਾਇਦ ਹੀ ਕੋਈ ਇਦਾਂ ਦਾ ਸੈਸ਼ਨ ਹੋਵੇ ਜਿਹਦੇ ਵਿੱਚ ਵਿਰੋਧੀ ਧਿਰ ਨੇ ਬਹੁਤ ਵੱਡੇ ਪੱਧਰ ਤੇ ਇੰਨਾ ਵਧੀਆ ਰੋਲ ਅਦਾ ਕੀਤਾ ਹੋਵੇ ਤੇ ਸਰਕਾਰ ਨੂੰ ਹਰ ਮੁੱਦੇ ਤੇ ਕਟਹਿਰੇ 'ਚ ਖੜਾ ਕੀਤਾ ਹੋਵੇ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵੱਖ-ਵੱਖ ਪਾਰਟੀਆਂ ਦੇ ਬਿਆਨ ਆ ਰਹੇ ਆ, ਸ਼੍ਰੋਮਣੀ ਅਕਾਲੀ ਦਲ ਵੀ ਤਖਤੀਆਂ ਲੈ ਕੇ ਨਰਿੰਦਰ ਤੋਮਰ ਦੇ ਮੋਹਰ ਦੀ ਜਦੋਂ ਲੰਘਦੇ ਆ ਉੱਥੇ ਖੜਾ ਹੁੰਦਾ ਆ, ਤੇ ਵਿੱਚ ਗੱਲਾਂ ਇਹ ਵੀ ਹੋ ਰਹੀਆਂ ਵੀ ਨਰਿੰਦਰ ਤੋਮਰ ਵੀ ਮਨ 'ਚ ਹੱਸਦਾ ਹੋਣਾ ਆ ਵੀ ਸੁਖਵੀਰ ਸਿੰਘ ਜਿੱਦਣ ਸਾਈਨ ਕੀਤੇ ਸੀ ਉਦੋਂ ਤਾਂ ਤੁਸੀਂ ਵੀ ਨਾਲ ਹੀ ਸੀਗੇ, ਹੁਣ ਮੈਨੂੰ ਤਖਤੀਆਂ ਤੁਸੀਂ ਦਿਖਾ ਰਹੇ ਆ ਨੋ ਫਾਰਮਰ ਨੋ ਫੂਡ ਦੀਆਂ। ਭਗਵੰਤ ਮਾਨ ਵੀ ਆਪਣਾ ਬੜਾ ਵਧੀਆ ਰੋਲ ਅਦਾ ਕਰ ਰਿਹਾ, ਉਹਨਾਂ ਨੇ ਵੀ ਇਹ ਕਿਹਾ ਵੀ ਜਿੰਨੇ ਚਿਰ ਕਿਸਾਨਾਂ ਵਾਲਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਸੰਸਦ ਨਹੀਂ ਚੱਲਣ ਦੇਵਾਂਗੇ। ਪੂਰਾ ਰੌਲਾ ਰੱਪਾ ਪੈ ਰਿਹਾ ਆ ਤੇ ਸਰਕਾਰ ਨੂੰ ਪਿਛਲੇ 7 ਸਾਲਾਂ ਵਿੱਚ ਕਿਸੇ ਮੁੱਦੇ ਤੇ ਵੀ ਇੰਨਾ ਵਿਰੋਧ ਨਹੀਂ ਦੇਖਣਾ ਪਿਆ ਜਿੰਨਾ ਵਿਰੋਧ ਇਸ ਵੇਲੇ ਮੌਨਸੂਨ ਸੈਸ਼ਨ ਦੇ ਵਿੱਚ ਸਰਕਾਰ ਨੂੰ ਦੇਖਣਾ ਪੈ ਰਿਹਾ। ਮਤਲਬ ਮੌਨਸੂਨ ਸੈਸ਼ਨ ਪੂਰੀ ਤਰ੍ਹਾਂ ਗਰਮ ਆ। ਬਿਲਕੁਲ ਜੀ ਬਿਲਕੁਲ। ਸ਼ਰਮਾ ਜੀ, ਗੱਲ ਚੱਲ ਰਹੀ ਆ ਪੈਗਾਸਸ ਕਾਂਡ ਦੀ, ਤੇ ਇਸ ਵੇਲੇ ਕੀ ਅਪਡੇਟ ਹੈ ਉਹਦੇ 'ਚ? ਜੇ ਪੈਗਾਸਸ ਤੋਂ ਪਹਿਲਾਂ ਮੈਂ ਬਿਲਗਾ ਸਾਹਿਬ ਦੀ ਗੱਲ ਦੇ ਨਾਲ ਇੱਕ ਗੱਲ ਐਡ ਕਰਾਂ ਕਿ ਮੌਨਸੂਨ ਸੈਸ਼ਨ 19 ਜੁਲਾਈ ਨੂੰ ਸ਼ੁਰੂ ਹੁੰਦਾ ਤੇ 13 ਅਗਸਤ ਤੱਕ ਇਹਦੇ ਚੱਲਣ ਦੇ ਅਸਾਰ ਨੇ। ਸਰਕਾਰ ਕਈ ਵਾਰ ਵਿੱਚ ਵਿਚਾਲੇ ਦਿਨ ਘਟਾ ਵਧਾ ਵੀ ਸਕਦੀ ਹੈ। ਸੰਸਦੀ ਕਮੇਟੀ ਦੇ ਜਿਹੜੇ ਸੰਸਦੀ ਮੈਂਬਰ ਨੇ, ਪਾਰਲੀਮੈਂਟ ਦੇ ਜਿਹੜੇ ਮੰਤਰੀ ਹੁੰਦੇ ਨੇ, ਉਹਨਾਂ ਦੇ ਕੋਲੇ ਦਾ ਅਖਤਿਆਰ ਹੈ ਤੇ ਸਰਕਾਰ ਦੇ ਕੋਲੇ ਨੂੰ ਕੁੱਲ ਮਿਲਾ ਕੇ ਇਹਨੂੰ ਰੱਦੋ ਬਦਲ ਇਹਦੇ 'ਚ ਕੀਤੀ ਜਾ ਸਕਦੀ ਹੈ। ਜੇ ਸਾਰਾ ਕੁਝ ਠੀਕ ਵੀ ਚੱਲਦਾ ਰਹੇ 19 ਤੋਂ ਲੈ ਕੇ 31 ਜੁਲਾਈ ਤੱਕ 12 ਕੁ ਦਿਨ ਇਹ ਨੇ ਤੇ 13 ਕੁ ਦਿਨ ਉਹ ਨੇ, ਇਹ 25 ਦਿਨ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਾਰੀ ਡਿਸਕਸ਼ਨ ਕਰਕੇ 543 ਮੈਂਬਰਾਂ ਨੇ ਤੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨਾ ਹੁੰਦਾ। ਆਉਣ ਵਾਲੇ ਦਿਨਾਂ 'ਚ ਕਿਹੜੇ ਕਾਨੂੰਨ ਬਣਨੇ ਨੇ, ਕੀ ਹੋਣਾ ਹੈ, ਕੀ ਨਹੀਂ ਹੋਣਾ, ਕਿਹੜੇ ਆਰਡੀਨੈਂਸ ਨਾਲ ਪਾਸ ਕਰਨੇ ਨੇ, ਕੀ ਧਵਨੀ ਮਤ ਨਾਲ ਪਾਸ ਕਰਨੇ ਨੇ, ਕਿਹਨਾਂ ਦੇ ਉੱਤੇ ਬਹਿਸ ਕਰਨੀ ਹੈ। ਕਿਸਾਨਾਂ ਨੇ ਜਿਹੜੀ ਬਿਲਗਾ ਸਾਹਿਬ ਨੇ ਗੱਲ ਕੀਤੀ ਕਿ ਵੋਟਰ ਵਿਪ ਜਾਰੀ ਕੀਤਾ ਸੀ ਕਿ ਵੋਟਰਾਂ ਦੀ ਗੱਲ ਸੁਣੋ, ਪਾਰਲੀਮੈਂਟ ਨੂੰ ਚਾਹੇ ਉਹ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ ਛੱਡ ਕੇ ਨਹੀਂ ਆਉਣਾ, ਅੰਦਰ ਆਪਣੀ ਗੱਲ ਰੱਖਣੀ ਹੈ। ਪਰ ਅੰਦਰ ਵੀ ਜੋ ਹੋ ਰਿਹਾ ਆ ਉਹ ਲੋਕਤੰਤਰ ਦੇ ਨਾਲ ਕਿਸੇ ਵੀ ਤਰੀਕੇ ਨਾਲ ਨਿਆਂ ਨਹੀਂ ਹੋ ਰਿਹਾ। ਰੌਲਾ ਰੱਪਾ ਨਹੀਂ ਹੋਣਾ ਚਾਹੀਦਾ। ਹਰ ਇੱਕ ਮੈਂਬਰ ਨੂੰ ਬੋਲਣ ਦਾ ਅਧਿਕਾਰ ਆ, ਉੱਥੇ ਗੱਲ ਉਹਨੂੰ ਬੋਲਣ ਦਾ ਸਮਾਂ ਮਿਲਣਾ ਚਾਹੀਦਾ, ਚਾਹੇ ਉਹ ਸਰਕਾਰੀ ਮੈਂਬਰ ਆ, ਚਾਹੇ ਉਹ ਪ੍ਰਾਈਵੇਟ ਦੂਸਰੀ ਵਿਰੋਧੀ ਧਿਰ ਦੇ ਮੈਂਬਰ ਨੇ, ਚਾਹੇ ਕੋਈ ਛੋਟੀਆਂ ਪਾਰਟੀ ਦੇ ਮੈਂਬਰ ਨੇ, ਚਾਹੇ ਉਹ ਆਜ਼ਾਦ ਜਿੱਤੇ ਹੋਏ ਲੋਕ ਸਭਾ ਮੈਂਬਰ ਨੇ। ਪਰ ਸਰਕਾਰ ਇੰਨੇ ਹੰਕਾਰ ਦੇ ਵਿੱਚ ਆ ਵੱਡੀਆਂ ਸੀਟਾਂ ਵੱਧ ਸੀਟਾਂ ਜਿੱਤ ਕੇ ਕਿ ਉਹ ਵਿਰੋਧ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਇਹ ਗੱਲ ਬਿਲਕੁਲ ਠੀਕ ਹੈ ਕਿ 7 ਸਾਲ ਬਾਅਦ ਪਹਿਲੀ ਵਾਰ ਜਿਹੜਾ ਵਿਰੋਧੀ ਧਿਰ ਆ ਉਹ ਕੁਝ ਇਕੱਠਾ ਨਜ਼ਰ ਆ ਰਿਹਾ, ਕੁਝ ਵਿਰੋਧ ਕਰਨ ਦੀ ਸਥਿਤੀ 'ਚ ਨਜ਼ਰ ਆ ਰਿਹਾ। ਨਹੀਂ ਤੇ ਜਦੋਂ ਸਰਕਾਰ ਦਾ ਦਿਲ ਕਰਦਾ ਸੀ ਉਦੋਂ ਹੀ ਬਿੱਲ ਪਾਸ ਕਰ ਲੈਂਦੇ ਸੀ, ਚਾਹੇ ਉਹ ਬਿਨਾਂ ਬਹਿਸ ਕਰਾਏ ਵੀ ਪਾਸ ਕਰ ਲੈਂਦੇ, ਕਿਉਂਕਿ ਨੰਬਰਸ ਦੀ ਗੇਮ ਹੈ। ਲੋਕਤੰਤਰ ਦੀ ਇਹ ਸਭ ਤੋਂ ਵੱਡੀ ਮਾੜੀ ਗੱਲ ਜਾਂ ਖਾਮੀ ਕਹੀ ਜਾਂਦੀ ਹੈ ਸੁਖਲੀਨ ਜੀ ਕਿ ਜਿਹਦੇ ਕੋਲ ਨੰਬਰ ਵੱਧ ਨੇ ਚਾਹੇ ਉਹਦੀ ਗੱਲ ਗਲਤੀ ਹੋਵੇ ਉਹ ਸਹੀ ਮੰਨੀ ਜਾਂਦੀ ਹੈ। 49-51 ਦੀ ਗੇਮ ਜਿਹੜੀ ਆ ਉਹ ਹੋ ਜਾਂਦੀ ਹੈ। ਪਰ ਇਸ ਮਸਲੇ ਦੇ ਵਿੱਚ ਇਸ ਲੋਕ ਸਭਾ ਸੈਸ਼ਨ ਦੇ ਵਿੱਚ ਕਿਉਂਕਿ ਦਿਨ ਬਹੁਤ ਥੋੜੇ ਨੇ ਤੇ ਸਰਕਾਰ ਨੇ ਤੁਸੀਂ ਇਹ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਵਿਰੋਧੀ ਸੰਸਦ ਜਿੰਨੀ ਉਹਨਾਂ ਕੋਲ ਨੰਬਰਸ ਦੀ ਗਿਣਤੀ ਆ, ਉਹਨਾਂ ਨੇ ਅਖੀਰਲੇ ਦੂਜੇ 2 ਦਿਨ ਜਾਂ 3 ਦਿਨਾਂ 'ਚ ਬਿੱਲ ਪੇਸ਼ ਕਰਨੇ ਨੇ, ਬਿਨਾਂ ਬਹਿਸ ਤੋਂ ਪਾਸ ਕਰਾ ਦੇਣੇ ਨੇ। ਬਿੱਲ ਪੇਸ਼ ਕਰਨਾ ਆ, ਰੌਲਾ ਰੱਪੇ ਪੈਂਦੇ ਕਹਿਣਾ ਜਿਹੜੇ ਉਹਦੇ ਹੱਕ 'ਚ ਆ ਉਹ ਹੱਥ ਖੜੇ ਕਰ ਦਿਓ, ਜਿਹੜੇ ਵਿਰੋਧ 'ਚ ਆ ਉਹ ਨਹੀਂ ਕਰ ਦਿਓ, ਤੇ ਸਪੀਕਰ ਨੇ ਕਹਿਣਾ ਠੀਕ ਹੈ ਜੀ ਜਿਹੜੇ ਹੱਕ 'ਚ ਹੱਥ ਖੜੇ ਨੇ ਉਹ ਵੱਧ ਲੱਗਦੇ ਨੇ ਤੇ ਬਿੱਲ ਪਾਸ ਹੋ ਜਾਏ। ਰੌਲਾ ਜਿੰਨਾ ਮਰਜ਼ੀ ਪਈ ਜਾਵੇ, ਅਲਟੀਮੇਟਲੀ ਲੋਕ ਸਭਾ ਆ, ਰਾਜ ਸਭਾ ਆ, ਭਾਰਤ ਦੇ ਕਾਨੂੰਨ ਬਣਾਉਣ ਦੀ ਇੱਕ ਸੰਸਥਾ ਆ ਜਿੱਥੇ ਸਾਰੇ ਦੇ ਸਾਰੇ ਵਿਧਾਨ ਜਿਹੜੇ ਨੇ ਉਹ ਬਣਦੇ ਨੇ। ਲੋਕਾਂ ਦੇ ਹਿੱਤਾਂ ਦੀਆਂ ਜਾਂ ਕਾਰਪੋਰੇਟ ਦੇ ਹਿੱਤਾਂ ਦੀਆਂ ਨੀਤੀਆਂ ਜਿਹੜੀਆਂ ਉੱਥੇ ਘੜੀਆਂ ਜਾਣੀਆਂ ਨੇ। ਉਹ ਕੋਈ ਮੱਛੀ ਬਾਜ਼ਾਰ ਤਾਂ ਹੈ ਨਹੀਂ ਕਿ ਉੱਥੇ ਰੌਲਾ ਪਈ ਜਾਂਦਾ ਤੇ ਜਿਹੜਾ ਵੱਧ ਰੌਲਾ ਪਾਉਂਦਾ ਉਹ ਜਿੱਤੂਗਾ। ਸੋ ਗੱਲ ਉੱਥੇ ਇਹ ਗੱਲ ਬਣਦੀ ਆ ਕਿ ਅਸੀਂ ਬਹੁਤ ਇਹ ਡੂੰਘੀ ਗੱਲ ਹਰ ਵਾਰ ਕਰਦੇ ਆ ਕਿ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਆ। ਥੋੜੀਆਂ ਸੀਟਾਂ ਦੇ ਨਾਲ ਥੋੜਾ ਫਰਕ ਹੋਵੇ ਤੇ ਫਿਰ ਸਰਕਾਰ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਕਿ ਸਰਕਾਰ ਜਿਹੜੀ ਆ ਉਹ ਡਿੱਗ ਸਕਦੀ ਆ ਜਾਂ ਜਿਹੜੀ ਗੱਲ ਆ ਉਹ ਸਹੀ ਹੋ ਸਕਦੀ ਆ। ਪਰ ਇੱਥੇ ਜਿਹੜਾ ਰੌਲਾ ਆ ਉਹ ਜਿੰਨਾ ਮਰਜ਼ੀ ਪਈ ਜਾਵੇ, ਪਰ ਅਲਟੀਮੇਟਲੀ ਜਿਹਨੇ ਕਾਨੂੰਨ ਸੋਚੇ ਹੋਏ ਨੇ ਉਹਦੇ ਵਿੱਚ 12 ਤੋਂ ਜ਼ਿਆਦਾ ਬਿੱਲ ਸਰਕਾਰ ਨੇ ਬਣਾ ਕੇ ਰੱਖੇ ਹੋਏ ਨੇ, ਕਿਉਂਕਿ ਅਲੱਗ-ਅਲੱਗ ਕਮੇਟੀਆਂ ਬਣੀਆਂ ਹੁੰਦੀਆਂ, ਪਹਿਲਾਂ ਹੀ ਖਰੜੇ ਤਿਆਰ ਹੁੰਦੇ ਆ ਕਿ ਜਦੋਂ ਵਿਧਾਨ ਸਭਾ ਦਾ ਲੋਕ ਸਭਾ ਦਾ ਸੈਸ਼ਨ ਆਉਣਾ ਆ ਤੇ ਉੱਥੇ ਆ ਜਿਹੜੇ ਬਿੱਲ ਆ ਇਹਨਾਂ ਦਿਨਾਂ 'ਚ ਪਾਸ ਕਰਨੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਜਿਹੜਾ ਉਹਦੇ ਤੇ ਦਬਦਬਾ ਚੱਲ ਰਿਹਾ ਸੰਸਦ ਦੇ ਉੱਤੇ ਵੀ ਜਾਂ
ਵਿਰੋਧੀ ਧਿਰਾਂ ਦੇ ਉੱਤੇ ਵੀ, ਕਿਉਂਕਿ ਸਾਰਿਆਂ ਨੂੰ ਇਸ ਗੱਲ ਦੀ ਨਜ਼ਰ ਆ ਰਹੀ ਆ ਕਿ ਕਿਸਾਨ ਸਮੱਸਿਆ 'ਚ ਨੇ, ਉਹਨਾਂ ਦੀ ਸਮੱਸਿਆ ਸੱਚ ਆ, ਉਹਨਾਂ ਦੀ ਜਿਹੜੀ ਗੱਲ ਆ ਉਹ ਸਹੀ ਆ, ਤੇ ਨਾਲ ਦੀ ਨਾਲ ਇਹ ਆ ਕਿ ਕਿਸਾਨ ਇੱਕ ਵੱਡਾ ਵੋਟ ਬੈਂਕ ਦੇ ਤੌਰ ਤੇ ਸੰਗਠਿਤ ਹੋ ਰਿਹਾ। ਇਸ ਤੋਂ ਪਹਿਲਾਂ ਕਦੇ ਵੀ ਉਹ ਸੰਗਠਿਤ ਨਜ਼ਰ ਨਹੀਂ ਸੀ ਆਉਂਦੇ। ਮੈਂ ਬੀਤੇ ਦਿਨੀ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕੋਈ ਪੰਜਾਬ ਦੇ ਪ੍ਰੋਫੈਸਰ ਨੇ, ਆਕਸਫੋਰਡ ਦੇ ਵਿੱਚ ਪ੍ਰੋਫੈਸਰ ਨੇ, ਉਹਨਾਂ ਨੇ ਬੜੇ ਲੰਬੇ ਚੌੜੇ 2-3 ਲੇਖ ਲਿਖੇ ਹੋਏ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਇਹ ਆਜ਼ਾਦੀ ਦੇ ਵਿੱਚ ਵੀ ਪੰਜਾਬ ਦੇ ਸਾਰੇ ਭਾਈਚਾਰੇ ਇੰਨੇ ਇਕੱਠ ਨਹੀਂ ਸੀਗੇ, ਬਿਲਕੁਲ ਇੰਨੇ ਸੰਗਠਿਤ ਆਜ਼ਾਦੀ ਦੇ ਟਾਈਮ ਤੇ ਵੀ ਅਸੀਂ ਨਹੀਂ ਸੀ ਜਿੰਨੇ ਹੁਣ ਕਿਸਾਨੀ ਦੌਰ ਦੇ ਵਿੱਚ ਹੋਏ ਆ ਜੀ। ਇਹਦਾ ਮਤਲਬ ਜੇ ਇਹਨੂੰ ਫਿਰ ਦੂਸਰੇ ਤਰੀਕੇ ਨਾਲ ਇਹਦਾ ਪੜਚੋਲ ਕਰੀਏ ਤਾਂ ਇਹਦਾ ਮਤਲਬ ਇਹ ਬਣਦਾ ਕਿ ਅੰਗਰੇਜ਼ਾਂ ਨੇ ਵੀ ਉਹਨੇ ਤੰਗ ਨਹੀਂ ਕੀਤਾ ਸੀ ਜਿੰਨੇ ਇਸ ਸਮੇਂ ਦੀਆਂ ਸਰਕਾਰਾਂ ਨੇ ਪਿਛਲੇ 50 ਸਾਲਾਂ 'ਚ 60 ਸਾਲਾਂ 'ਚ ਕਿਸਾਨ ਲੋਕਾਂ ਨੂੰ ਜਾਂ ਕਿਸਾਨ ਤਬਕੇ ਨੂੰ ਜਾਂ ਖੇਤੀ ਕਰਨ ਵਾਲੇ ਲੋਕਾਂ ਨੂੰ ਤੰਗ ਕੀਤਾ। ਉਦੋਂ ਵੀ ਲੋਕ ਲੜ ਰਹੇ ਸੀ ਆਜ਼ਾਦ ਹੋਣ ਲਈ, ਹੁਣ ਹੱਕਾਂ ਲਈ ਲੜ ਰਹੇ ਨੇ। ਫਿਰ ਜਿਹੜਾ ਕਾਰਪੋਰੇਟ ਮਾਫੀਆ, ਭੂ ਮਾਫੀਆ ਬਣ ਰਿਹਾ, ਖੇਤੀ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਿਹਾ, ਉਹ ਸਾਰੀਆਂ ਗੱਲਾਂ ਨੇ। ਕੋਵਿਡ ਦਾ ਜਿਹੜਾ ਦੌਰ ਆ ਉਹ ਪਿਛਲੇ 2 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਤੇ ਲਾਸ਼ਾਂ ਨਾਲ ਜੋ ਕੁਝ ਹੋਇਆ, ਟੀਕਾਕਰਨ ਦੀ ਨੀਤੀ ਨੂੰ ਲੈ ਕੇ ਜੋ ਕੁਝ ਹੋ ਰਿਹਾ, ਉਹ ਸਾਰੇ ਦੇ ਉੱਤੇ ਲੋਕ ਸਭਾ 'ਚ ਜਿਹੜੀ ਇਹ ਗੱਲਬਾਤ ਚੱਲ ਰਹੀ ਆ। ਪਰ ਸਿੱਟੇ ਜਿਹੜੇ ਨੇ ਸਵਲੀਨ ਜੀ, ਕਿਉਂਕਿ ਬਹੁਤ ਗਿਣਤੀ ਸਰਕਾਰ ਕੋਲ ਆ, ਸਿੱਟੇ ਉਹੀ ਨਿਕਲਣੇ ਨੇ ਜੋ ਉਹ ਚਾਹੁੰਦੇ ਨੇ ਜੀ। ਤੇ ਇਸੇ ਤਰੀਕੇ ਨਾਲ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਗੱਲਾਂ ਵੀ ਰੱਖੀਆਂ ਨੇ। ਬਿਲਗਾ ਸਾਹਿਬ ਨੇ ਬਹੁਤ ਸੋਹਣੀ ਗੱਲ ਦੱਸੀ ਕਿ ਸੁਖਬੀਰ ਸਿੰਘ ਬਾਦਲ ਹੁਣ ਉੱਥੇ ਤਖਤੀ ਲੈ ਕੇ ਖੜੇ ਸੀ ਉਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੀਡਰਾਂ ਨੇ ਆਪਣੀ ਗੱਲ ਰੱਖੀ। ਰਾਜ ਸਭਾ ਦੇ ਵਿੱਚ ਕੁਝ ਗੱਲਬਾਤ ਹੋਈ ਆ। ਰਾਜ ਸਭਾ ਦੇ ਵਿੱਚ ਜਿਹੜੇ ਸੀਗੇ ਪਿਊਸ਼ ਗੋਇਲ, ਜਿਹਨਾਂ ਨੂੰ ਹੁਣ ਲੀਡਰ ਬਣਾਇਆ ਗਿਆ, ਉਹਨਾਂ ਨੇ ਰਾਜ ਸਭਾ ਦੀ ਕਾਰਵਾਈ ਨੂੰ ਕੁਝ ਦੇਰ ਚਲਾਉਣ ਲਈ ਵਿਰੋਧੀ ਧਿਰ ਦੇ ਲੀਡਰਾਂ ਨਾਲ ਗੱਲਬਾਤ ਕਰ ਲਈ ਤੇ ਉਹਨਾਂ ਨੂੰ ਮਨਾ ਲਿਆ ਸੀ। ਥੋੜੀ ਜੀ ਕਾਰਵਾਈ ਉੱਥੇ ਚੱਲੀ ਆ, ਮਹਿੰਗਾਈ ਦੇ ਮੁੱਦੇ ਤੇ ਕੁਝ ਗੱਲਬਾਤ ਹੋਈ ਆ, ਕੁਝ ਹੋਰ ਗੱਲਾਂ ਵੀ ਹੋਈਆਂ। ਸੋ ਮੇਰੇ ਕਹਿਣ ਦਾ ਭਾਵ ਸਾਰਾ ਕੁੱਲ ਮਿਲਾ ਕੇ ਇਹ ਆ ਕਿ ਉੱਥੇ ਰੌਲਾ ਨਹੀਂ ਹੋਣਾ ਚਾਹੀਦਾ, ਇੱਕ ਸਾਰਥਿਕ ਬਹਿਸ ਹੋਣੀ ਚਾਹੀਦੀ ਆ, ਜਿਹਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੀਤੀ ਸੀ ਜੀ। ਪਰ ਇਹ ਵੀ ਕਹਿੰਦੇ ਹੀ ਨੇ, ਕਰਦੇ ਨਹੀਂ। ਜੇ ਤੁਸੀਂ ਵਿਰੋਧੀ ਦੀ ਕੋਈ ਗੱਲ ਚੰਗੀ ਲੱਗਦੀ ਆ ਤੇ ਉਹਨੂੰ ਤੁਹਾਨੂੰ ਅਪਣਾ ਲੈਣਾ ਚਾਹੀਦਾ। ਬਿਲਕੁਲ। ਅਮਰੀਕਾ ਦੇ ਵਿੱਚ ਜਦੋਂ ਚੋਣ ਹੋਈ, ਹਿਲੇਰੀ ਕਲਿੰਟਨ ਵਿਰੋਧੀ ਧਿਰ ਤੋਂ ਰਾਸ਼ਟਰਪਤੀ ਉਮੀਦਵਾਰ ਸੀ, ਓਬਾਮਾ ਦੇ ਖਿਲਾਫ ਉਹ ਖੜੀ ਸੀ। ਜਦੋਂ ਚੋਣ ਹੋ ਗਈ, ਓਬਾਮਾ ਜਿੱਤ ਗਏ, ਹਿਲੇਰੀ ਕਲਿੰਟਨ ਹਾਰ ਗਈ ਤੇ ਉਹਨੇ ਉਹਨੂੰ ਸੱਦਾ ਦਿੱਤਾ ਭਈ ਤੂੰ ਸਿਆਣੀ ਆ, ਸਮਝਦਾਰ ਆ, ਤੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਆ, ਤੂੰ ਆ ਕੇ ਵਿਦੇਸ਼ ਮੰਤਰੀ ਬਣ। ਸੋ ਹਾਰੇ ਹੋਏ ਉਮੀਦਵਾਰ ਨੂੰ ਵੀ ਉਹਦੀ ਲਿਆਕਤ ਦੇ ਨਜ਼ਰੀਏ ਦੇ ਨਾਲ ਦੇਖ ਕੇ ਤੇ ਉਹਨੂੰ ਆਪਣੀ ਕੈਬਨਿਟ ਦੇ ਵਿੱਚ ਵਿਦੇਸ਼ ਮੰਤਰੀ ਦੇ ਤੌਰ ਤੇ ਸ਼ਾਮਲ ਕੀਤਾ। ਤੇ ਅਮਰੀਕਾ ਦਾ ਵਿਦੇਸ਼ ਮੰਤਰੀ ਦੁਨੀਆ ਦੇ ਸਭ ਤੋਂ ਪਾਵਰਫੁਲ ਵਿਅਕਤੀਆਂ ਦੀ ਗਿਣਤੀ 'ਚ ਆਉਂਦਾ ਤੇ ਉਹਨਾਂ ਨੇ ਉਹਦਾ ਸਵੀਕਾਰ ਵੀ ਕੀਤਾ। ਤੇ ਇੱਥੇ ਲੋਕਤੰਤਰ ਦਾ ਮਤਲਬ ਸਿਰਫ ਹੋ ਗਿਆ ਆ ਕਿ ਸਰਕਾਰ ਦੇ ਵਿੱਚ ਜਿਹੜਾ ਆ ਉਹ ਸਰਕਾਰ ਦੀ ਨੀਤੀ ਦੀ ਗੱਲ ਕਰੀ ਜਾਊਗਾ, ਜਿਹੜਾ ਵਿਰੋਧ 'ਚ ਆ ਉਹ ਰੌਲਾ ਪਾਈ ਜਾਊਗਾ। ਤੇ ਗੱਲ ਸਿਰਫ ਨੰਬਰਸ ਤੇ ਕਿ 543 ਚੋਂ ਅੱਧ ਤੋਂ ਵੱਧ ਕਿਹਦੇ ਕੋਲ ਨੇ, ਉਹਨੇ ਆਪਣੀ ਮਰਜ਼ੀ ਦੇ ਕਾਨੂੰਨ ਪਾਸ ਕਰ ਦੇਣੇ ਨੇ। ਤੇ ਜਦੋਂ 5 ਸਾਲ ਬਾਅਦ ਵੋਟਾਂ ਆਉਣਗੀਆਂ ਫਿਰ ਦੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਜੀ। ਮੌਨਸੂਨ ਸੈਸ਼ਨ ਦੇ ਕੁਝ ਹੋਰ ਵੀ ਅੰਸ਼ ਅਸੀਂ ਅੱਜ ਵਿਚਾਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਾਹਿਬ, ਗੱਲ ਚੱਲ ਰਹੀ ਹੈ ਮੌਨਸੂਨ ਸੈਸ਼ਨ ਦੀ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਕੀ ਬਿਆਨ ਦਿੱਤਾ ਹੈ? ਸਵਲੀਨ, ਨਰਿੰਦਰ ਸਿੰਘ ਤੋਮਰ ਦਾ ਜਦੋਂ ਆਪਾਂ 8-9 ਮਹੀਨੇ ਤੋਂ ਕਿਸਾਨੀ ਅੰਦੋਲਨ ਚੱਲਦਾ ਉਦੋਂ ਦੇ ਆਪਾਂ ਬਿਆਨ ਦੇਖਦੇ ਹਾਂ ਕਿ ਉਹਦੇ ਬਿਆਨ ਤਕਰੀਬਨ ਇਸ ਤਰ੍ਹਾਂ ਦੇ ਆਏ ਆ ਕਿ ਕਿਸਾਨਾਂ ਵਾਲੇ ਮੁੱਦੇ ਦੇ ਵਿੱਚ ਜਿਹੜੀਆਂ ਅੰਦਰ ਢੁਕਵੀਆਂ ਵੀ ਗੱਲਾਂ ਹੁੰਦੀਆਂ ਸੀ ਤੇ ਉਹਨੂੰ ਆਣ ਕੇ ਬਾਹਰ ਜਿਹੜਾ ਸੀ ਕੋਈ ਬਾਲੇ ਵਧੀਆ ਤਰੀਕੇ ਨਾਲ ਪੇਸ਼ ਨਹੀਂ ਸੀ ਕਰਦਾ, ਬਹੁਤ ਠੰਡਾ ਬੋਲਦਾ ਆ। ਪਰ ਜਿਹੜੀ ਗੱਲ ਉਹ ਬਾਰ-ਬਾਰ ਅੱਜ ਤੱਕ 8 ਮਹੀਨੇ 'ਚ ਹੀ ਕਹਿ ਰਿਹਾ ਵੀ ਕਿਸਾਨ ਸਾਨੂੰ ਹਜੇ ਤੱਕ ਇਹ ਦੱਸ ਨਹੀਂ ਪਾਏ ਕਾਲਾ ਕੀ ਆ, ਤੇ ਅਸੀਂ ਤਾਂ ਉਸ ਚੀਜ਼ ਨੂੰ ਕਵਰ ਕਰਦੇ ਰਹੇ ਆ। ਕਿਸਾਨਾਂ ਨੇ ਤੇ ਇੱਕ ਕਲੌਜ਼ ਤੇ ਇੱਕ ਮੱਦ ਦੇ ਉੱਤੇ ਐਨ ਚੰਗੀ ਤਰ੍ਹਾਂ ਧੋ ਕੇ ਦੱਸ ਦਿੱਤਾ ਸਰਕਾਰ ਨੂੰ ਵੀ ਇੱਥੇ 'ਚ ਕਮੀਆਂ ਆ, ਤੇ ਇੱਥੇ 'ਚ ਕਮੀਆਂ ਸੀ ਕਰਕੇ ਤਾਂ ਹੀ 32-33 ਜਿਹੜੀਆਂ ਸੋਧਾਂ ਕਰਨ ਨੂੰ ਸਰਕਾਰ ਤਿਆਰ ਹੋ ਗਈ ਸੀ ਨਾ, ਜੇ ਕਮੀਆਂ ਸੀ ਤਾਂ ਸੀ। ਇਸ ਕਰਕੇ ਨਰਿੰਦਰ ਤੋਮਰ ਨੇ ਹੁਣ ਵੀ ਜਿਹੜਾ ਬਿਆਨ ਇੱਕ ਵੱਡਾ ਦਿੱਤਾ ਆ, ਕਿਸਾਨੀ ਅੰਦੋਲਨ ਕਾਰੀ ਜਿਹੜੇ ਉਹਨਾਂ ਲਈ ਬੜੀ ਇਹ ਉਹਨਾਂ ਦੇ ਸਫਾ 'ਚ ਮਾੜੀ ਗੱਲ ਗਈ ਆ ਬਈ ਸਾਡੇ ਲਈ ਕਹਿੰਦਾ ਕੋਈ ਜਾਣਕਾਰੀ ਸਾਡੇ ਕੋਲ ਹੈ ਨਹੀਂ ਗੀ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਵੀ ਕਿਸਾਨ ਦੀ ਜਿਹੜੀ ਉਹ ਮੌਤ ਹੋਈ ਆ। ਸਰਕਾਰਾਂ ਹੁੰਦੀਆਂ ਕਾਹਦੇ ਲਈ ਆ? ਇਹਨਾਂ ਨੂੰ ਗੱਡੀਆਂ ਝੂਟਣ ਲਈ, ਇਹਨਾਂ ਨੂੰ ਲਾਲ ਬੱਤੀਆਂ ਲਾ ਕੇ ਘੁੰਮਣ ਲਈ ਸਰਕਾਰ 'ਚ ਬਿਠਾਲਿਆ ਹੋਇਆ। ਕਿਸੇ ਵੀ ਜਨਮ ਦੀ ਮੌਤ ਦੀ ਜਿਹੜੀ ਕੋਈ ਗੱਲਬਾਤ ਹੁੰਦੀ ਆ ਤੇ ਉਹ ਸਰਕਾਰਾਂ ਦਾ ਕੰਮ ਹੁੰਦਾ ਆ ਵੀ ਇਹ ਮੌਤ ਕਿਹੜੀ ਵਜ੍ਹਾ ਨਾਲ ਹੋਈ ਆ ਤੇ ਕਿਉਂ ਹੋਈ ਆ, ਤਾਂ ਕਿੰਨੀ ਗਿਣਤੀ ਹੋਈ ਆ। ਤੇ ਬੜੀ ਇਹ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਉਹੀ ਨਰਿੰਦਰ ਤੋਮਰ ਆ ਜਦੋਂ ਮੇਰੇ ਖਿਆਲ 5ਵੀਂ ਜਾਂ 7ਵੀਂ ਦੇ ਨੇੜੇ ਤੇੜੇ ਮੀਟਿੰਗ ਚੱਲਦੀ ਸੀ ਤਾਂ ਕਿਸਾਨਾਂ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਸ ਵੇਲੇ ਤੱਕ ਨੀਅਰ ਅਬਾਊਟ 200 ਦੇ ਨੇੜੇ ਤੇੜਾ ਜਿਹੜਾ ਹੈਗਾ ਕਿਸਾਨ ਜਿਹੜਾ ਸੀਗਾ ਆਪਣੀ ਜਾਨ ਗਵਾ ਚੁੱਕਾ ਸੀਗਾ।
ਤੇ ਉਹਨਾਂ ਨੇ ਅਪੀਲ ਕੀਤੀ ਕਿ ਅਸੀਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਾਥੀਆਂ ਲਈ ਮੌਨ ਵਰਤ ਰੱਖਣਾ ਚਾਹੁੰਦੇ ਜਾਂ ਅਸੀਂ ਸ਼ਰਧਾਂਜਲੀ ਦੇਣੀ ਚਾਹੁੰਦੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ। ਜੀ ਸਵਲੀਨ ਉਸ ਵਿੱਚ ਜਿਹੜੇ 40 ਦੇ 40 ਜਿਹੜੇ ਸੀਗੇ ਕਿਸਾਨ ਲੀਡਰ ਤੇ ਨਾਲ ਨਰਿੰਦਰ ਤੋਮਰ, ਨਾਲ ਇਹਦੇ ਦੂਸਰੇ ਦੋ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਜੀ, ਸਾਰਿਆਂ ਨੇ ਖੜੇ ਹੋ ਕੇ ਮੌਨ ਧਾਰਿਆ, ਸ਼ਰਧਾਂਜਲੀ ਦਿੱਤੀ। ਤੇ ਜੇ ਕੋਈ ਬੰਦਾ ਸ਼ਹੀਦ ਹੋਇਆ ਹੀ ਨਹੀਂ ਸੀ, ਬੰਦਾ ਦੁਨੀਆ ਛੱਡ ਕੇ ਗਿਆ ਹੀ ਨਹੀਂ ਸੀਗਾ, ਤੇ ਫਿਰ ਇਹਨਾਂ ਨੇ ਸ਼ਰਧਾਂਜਲੀ ਕਿਹਨੂੰ ਦਿੱਤੀ ਸੀ? ਤੇ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਹੁਣ ਤੱਕ 150-200 ਜਾ ਚੁੱਕਾ ਆ, ਤੇ ਉਦੋਂ ਵੀ ਇੱਕ ਮੰਤਰੀ ਆ ਭਾਰਤ ਸਰਕਾਰ ਦੇ ਵਿੱਚ, ਉਦੋਂ ਹੀ ਆਪਣੇ ਪ੍ਰਸ਼ਾਸਨ ਨੂੰ, ਆਪਣੇ ਅਮਲੇ ਨੂੰ, ਇੰਤਜ਼ਾਮੀਆਂ ਨੂੰ ਲਾ ਸਕਦੇ ਸੀਗੇ ਬਈ ਇਸ ਵੇਲੇ ਭਾਈ ਆਹ ਸਮੱਸਿਆ ਸਾਡੇ ਉੱਤੇ ਜਾਣਕਾਰੀ ਚਾਹੀਦੀ ਆ, ਪਤਾ ਕਰੋ ਕਿਸਾਨੀ ਅੰਦੋਲਨ ਦੇ ਵਿੱਚ ਚਾਹੇ ਕਿਸੇ ਤਰ੍ਹਾਂ ਵੀ ਕੋਈ ਜਾਨ ਆਪਣੀ ਗਵਾ ਗਿਆ ਜਾਂ ਛੱਡ ਗਿਆ ਜਾਂ ਸ਼ਹੀਦ ਹੋ ਗਿਆ ਆ, ਉਹਦਾ ਰਿਕਾਰਡ ਕੋਈ ਨਾ ਕੋਈ ਸਰਕਾਰ ਰੱਖੇ। ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨਰਿੰਦਰ ਤੋਮਰ ਦੇ ਮੂੰਹੋਂ ਇਹ ਜੱਚਦੀਆਂ ਨਹੀਂ ਹੈਗੀਆਂ। ਉਹਨਾਂ ਨੇ ਇਹ ਵੀ ਕਹਿਤਾ ਵੀ ਕੋਈ ਸਾਡੇ ਕੋਲ ਰਿਕਾਰਡ ਨਹੀਂ ਹੈਗਾ, ਤੇ ਸਾਨੂੰ ਤੇ ਇਹ ਲੱਗਦਾ ਵੀ ਉੱਥੇ ਕੋਈ ਵੀ ਮਰਿਆ ਨਹੀਂ ਹੈਗਾ। ਤੇ ਸ਼ਹੀਦ ਕਿਸਾਨਾਂ ਦੇ ਮੁਆਵਜ਼ੇ ਦੀ ਨਹੀਂ ਕੋਈ ਗੱਲ ਹੋਈ? ਮੁਆਵਜ਼ਾ ਤਾਂ ਸਵਲੀਨ ਤਾਂ ਹੀ ਸਰਕਾਰ ਦਊਗੀ, ਸਰਕਾਰ ਕੋਲ ਕੋਈ ਰਿਕਾਰਡ ਹੋਊਗਾ। ਅੱਛਾ, ਉਹ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਹੈ ਨਹੀਂ, ਕਿਉਂਕਿ ਉਹਨਾਂ ਨੇ ਤੇ ਇੱਕ ਗੱਲ ਟੱਕੀ ਹੋਈ ਵੀ ਅਸੀਂ ਇਹਨਾਂ ਨੂੰ ਇੱਥੋਂ ਖਾਲੀ ਮੋੜਨਾ ਹੈ, ਤੇ ਕਿਸਾਨ ਆਪਣੀ ਗੱਲ ਤੇ ਹਜੇ ਵੀ ਵਿਜੈਦ ਬੈਠੇ ਆ ਵੀ ਅਸੀਂ ਇੱਥੋਂ ਖਾਲੀ ਜਾਣਾ ਨਹੀਂਗਾ, ਅਸੀਂ ਕੁਛ ਨਾ ਕੁਛ ਇੱਥੋਂ ਕਰਕੇ ਜ਼ਰੂਰ ਜਾਵਾਂਗੇ, ਜਾਂ ਕਾਨੂੰਨ ਵਾਪਸ ਕਰਾਵਾਂਗੇ ਤੇ ਜਾਂ ਅਸੀਂ ਇੱਥੋਂ ਸਰਕਾਰ ਦੇ ਖਿਲਾਫ ਜੋ ਵੀ ਪ੍ਰਚਾਰ ਹੋ ਸਕਦਾ, ਚਾਹੇ ਪੱਛਮੀ ਬੰਗਾਲ ਹੈ, ਚਾਹੇ ਆਉਣ ਵਾਲੇ 5 ਰਾਜਾਂ ਦੀ ਚੋਣਾਂ ਵਿੱਚ ਆ, ਇਹ ਸਾਰਾ ਜਿਹੜਾ ਆ ਉਹ ਪ੍ਰਦਰਸ਼ਨ ਆਪਣਾ ਪ੍ਰੋਗਰਾਮ ਲੀਕ ਰਿਹਾ ਜੀ। ਸ਼ਰਮਾ ਜੀ, ਗੱਲ ਮੌਨਸੂਨ ਸੈਸ਼ਨ ਦੀ ਚੱਲ ਰਹੀ ਆ। ਦੂਜੀ ਲਹਿਰ ਦੌਰਾਨ ਅਸੀਂ ਸਾਰਿਆਂ ਨੇ ਦੇਖਿਆ ਵੀ ਆਕਸੀਜਨ ਦੀ ਕਮੀ ਕਰਕੇ ਕਿੰਨੀਆਂ ਜ਼ਿਆਦਾ ਮੌਤਾਂ ਹੋਈਆਂ, ਤੇ ਸੰਸਦ 'ਚ ਗੱਲ ਹੋ ਰਹੀ ਕਿ ਆਕਸੀਜਨ ਨਾ ਮਰਿਆ ਹੀ ਕੋਈ ਨਹੀਂ। ਬਿਲਗਾ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਉਹਨਾਂ ਨੇ 5ਵੀਂ 6ਵੀਂ ਮੀਟਿੰਗ ਦੇ ਵਿੱਚ ਫਿਰ ਸ਼ਰਧਾਂਜਲੀ ਕਿਹਨੂੰ ਦਿੱਤੀ ਸੀ, ਉਹ ਭਾਰਤ ਦੇ ਖੇਤੀ ਮੰਤਰੀ ਨੇ, ਖੇਤੀਬਾੜੀ ਦਾ ਸਾਰੇ ਮਹਿਕਮੇ ਨੂੰ ਹੈੱਡ ਕਰਦੇ ਨੇ, ਤੇ ਉਹਨਾਂ ਨੇ ਆਪਣੀ ਉਹ ਜਿਹੜੀ ਸ਼ਰਧਾਂਜਲੀ ਸੀ ਉਹ ਆਪਣੀ ਸ਼ਰਮ ਨੂੰ ਦਿੱਤੀ ਸੀ ਤੇ ਆਪਣੇ ਸੱਚ ਨੂੰ ਦਿੱਤੀ ਸੀ ਕਿ ਨਾ ਤੇ ਮੈਨੂੰ ਕਿਸੇ ਗੱਲ ਦੀ ਸ਼ਰਮ ਆ ਤੇ ਨਾ ਆਪਾਂ ਸੱਚ ਬੋਲਣ ਦੀ ਰੱਖਦੇ ਆ ਹਿੰਮਤ। ਦੇਖੋ, ਇੱਕ ਵੱਡਾ ਅਦਾਰਾ ਆਇਆ ਖੇਤੀਬਾੜੀ ਮੰਤਰਾਲੇ, ਉਹਦੇ ਕੋਲ ਅਣਗਿਣਤ ਅਫਸਰ ਨੇ, ਉਹਨਾਂ ਕੋਲ ਸਾਰੇ ਦਾ ਸਾਰਾ ਰਿਕਾਰਡ ਆ। ਕਿਸਾਨ ਅੰਦੋਲਨ ਨੂੰ ਸਾਰਾ ਮੀਡੀਆ ਕਵਰ ਕਰ ਰਿਹਾ, ਰਾਸ਼ਟਰੀ ਵੀ ਤੇ ਅੰਤਰਰਾਸ਼ਟਰੀ ਵੀ ਤੇ ਲੋਕਲ ਵੀ, ਡਿਜੀਟਲ ਵੀ। ਉਹ YouTube ਤੇ ਸਰਚ ਕਰਨ SKM ਸੰਯੁਕਤ ਕਿਸਾਨ ਮੋਰਚਾ ਤੇ ਹਜ਼ਾਰਾਂ ਵੀਡੀਓ ਆਉਣੀਆਂ, ਪੂਰੀ ਦੀ ਪੂਰੀ ਲਿਸਟ ਆ ਕਿਸਾਨ ਅੰਦੋਲਨ ਦੇ ਲੋਕਾਂ ਕੋਲ ਕਿ ਕਿਹੜੇ ਕਿਸਾਨ ਇੱਥੇ ਆਏ, ਕਦੋਂ ਉਹਨਾਂ ਦੀ ਮੌਤ ਹੋਈ, ਕਿਹੜੇ ਕਾਰਨਾਂ ਨਾਲ ਹੋਈ, ਕੁਝ ਐਕਸੀਡੈਂਟ ਨਾਲ ਮਰੇ, ਕੁਝ ਕਿਸੇ ਤਰੀਕੇ ਨਾਲ ਮਰੇ। ਅੰਦੋਲਨ ਦੇ ਵਿੱਚ ਵੀ ਬਹੁਤ ਲੋਕਾਂ ਦੀ ਡੈਥ ਹੋਈ। ਉੱਥੇ ਇੱਕ ਸੰਤ ਸਮੁਦਾਇ ਨਾਲ ਜੁੜੇ ਹੋਏ ਬੰਦੇ ਨੇ ਇੱਕ ਭਾਸ਼ਣ ਦੇਣ ਤੋਂ ਬਾਅਦ ਸੰਤ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਗੋਲੀ ਮਾਰੀ। ਬਹੁਤ ਇਦਾਂ ਦੀਆਂ ਘਟਨਾਵਾਂ ਹੋਈਆਂ। ਪਰ ਜੇ ਭਾਰਤ ਦੇ ਖੇਤੀ ਮੰਤਰੀ ਕਹਿੰਦੇ ਨੇ ਕਿ ਉੱਥੇ ਕਿਸੇ ਦੀ ਵੀ ਅਧਿਕਾਰਕ ਤੌਰ ਤੇ ਮੌਤ ਦੀ ਉਹਨਾਂ ਕੋਲ ਪੁਸ਼ਟੀ ਨਹੀਂ ਹੈਗੀ, ਤਾਂ ਫਿਰ ਉਹਦੇ 'ਚ ਇਹ ਨਹੀਂ ਹੈਗਾ ਕਿ ਕਿਸਾਨ ਅੰਦੋਲਨ 'ਚ ਕਿਸੇ ਦੀ ਮੌਤ ਨਹੀਂ ਹੋਈ। ਉਹਨਾਂ ਦੀ ਜਾਣਕਾਰੀ 'ਚ ਕਮੀਆਂ ਤੇ ਉਹਨਾਂ ਦੇ ਡਿਪਾਰਟਮੈਂਟ ਦੀ ਨਾਕਾਮਯਾਬੀ ਆ, ਫੇਲੀ ਆ ਤੇ ਨਲਾਇਕੀ ਆ। ਇਸੇ ਹੀ ਤਰ੍ਹਾਂ ਦਾ ਦੂਸਰਾ ਝੂਠ ਸਵਲੀਨ ਜੀ ਇਹਨਾਂ ਨੇ ਸੰਸਦ ਦੇ ਵਿੱਚ, ਲੋਕ ਸਭਾ ਜਾਂ ਰਾਜ ਸਭਾ 'ਚ ਜਾਂ ਉਹ ਤੋਂ ਬਾਹਰ ਇੱਕ ਬਿਆਨ ਦਿੱਤਾ ਸਿਹਤ ਮੰਤਰੀ ਨੇ ਕਿ ਆਕਸੀਜਨ ਦੀ ਕਮੀ ਦੇ ਨਾਲ ਕਿਸੇ ਬੰਦੇ ਦੀ ਮੌਤ ਜਿਹੜੀ ਆ ਕੋਵਿਡ ਦੇ ਦੌਰਾਨ ਨਹੀਂ ਹੋਈ। ਫਿਰ ਉਹੀ ਗੱਲ ਆ ਜੀ ਸ਼ਰਮਾ ਜੀ, ਜੇ ਇਹਨੂੰ ਇਹ ਗੱਲ ਬਾਈ ਤੇ ਜੋੜ ਲਈਏ ਵੀ ਜਿਨ੍ਹਾਂ ਲੋਕਾਂ ਦੇ ਕੋਲ ਪੂਰੇ ਭਾਰਤ ਦੇ ਵਿੱਚ ਜਿਹੜੀ ਮਹਾਮਾਰੀ ਨੇ ਮੌਤਾਂ ਹੋਈਆਂ, ਉਹਨਾਂ ਕੋਲ ਉਹਦਾ ਸਹੀ ਅੰਕੜਾ ਨਹੀਂ ਹੈਗਾ, ਤੇ ਇਹ ਕਿਸਾਨਾਂ ਦਾ ਕਿੱਥੋਂ? ਬਿਲਕੁਲ ਸਾਹਿਬ, ਮੈਂ ਤੁਹਾਡੀ ਗੱਲ ਨਾਲ ਥੋੜਾ ਜਿਹਾ ਡਿਫਰ ਕਰਦਾ। ਅੰਕੜੇ ਇਹਨਾਂ ਕੋਲ ਸਾਰੇ ਹੀ ਆ ਜੀ, ਇਦਾਂ ਦੀ ਗੱਲ ਨਹੀਂ ਹੈਗੀ ਕਿ ਸਰਕਾਰ ਕੋਲ ਅੰਕੜੇ ਨਹੀਂ ਹੈਗੇ। ਅੰਕੜੇ ਦੇਣ ਦਾ ਹੌਸਲਾ ਨਹੀਂ ਹੈਗਾ, ਸੱਚ ਬੋਲਣ ਦੀ ਹਿੰਮਤ ਨਹੀਂ ਹੈਗੀ। ਝੂਠ ਬੋਲਣ ਦਾ ਠੇਕਾ ਲਿਆ ਹੋਇਆ ਇਹਨਾਂ ਨੇ, ਜੁਮਲੇ ਮਾਰਨ ਦਾ ਕੰਮ ਕੀਤਾ ਹੋਇਆ। ਇਹਨਾਂ ਨੇ ਕਿਹਾ ਸੀ ਕਿ ਅਸੀਂ ਜੁਲਾਈ ਦੇ ਵਿੱਚ 4 ਕਰੋੜ ਤੋਂ ਜ਼ਿਆਦਾ ਟੀਕੇ ਲਾ ਦਿਆਂਗੇ, ਅਗਸਤ 'ਚ ਸਾਡੇ ਟੀਕਿਆਂ ਦੀ ਰਫ਼ਤਾਰ ਹੋਰ ਵੱਧ ਜਾਣੀ ਆ, ਸਤੰਬਰ 'ਚ ਸਾਡੇ ਕੋਲ 6 ਕੰਪਨੀਆਂ ਦੇ ਟੀਕੇ ਆ ਜਾਣੇ, ਅਸੀਂ ਦਸੰਬਰ ਤੱਕ ਸਾਰੇ ਮੁਲਕ ਨੂੰ ਟੀਕੇ ਲਾ ਦੇਣੇ ਆ। ਜੇ ਦਸੰਬਰ ਤੱਕ ਅਸੀਂ ਇਸ ਗੱਲ ਦੀ ਡਿਸਕਸ਼ਨ ਕਰਦੇ ਆ, ਜਦੋਂ ਅਸੀਂ ਕੈਲਕੂਲੇਸ਼ਨ ਇਹਨਾਂ ਗੱਲਾਂ ਦੀ ਕਰਦੇ ਆ, ਜਿੰਨੀ ਆਬਾਦੀ ਆ ਤੇ ਜਿੰਨੇ ਲੋਕ ਰਹਿੰਦੇ ਨੇ, ਜੇ ਟੀਕੇ ਲਾਉਣੇ ਨੇ ਸਾਰੀ ਆਬਾਦੀ ਨੂੰ ਤਾਂ 80 ਲੱਖ ਦੇ ਨੇੜੇ ਤੇੜੇ ਰੋਜ਼ ਟੀਕੇ ਲੱਗਣੇ ਚਾਹੀਦੇ ਨੇ, ਤੇ ਟੀਕੇ ਲੱਗਦੇ ਨੇ 30 ਲੱਖ। ਇਦਾਂ ਦੀ ਗੱਲ ਨਹੀਂ ਹੈਗੀ ਕਿ ਇਹਨਾਂ ਕੋਲ ਅੰਕੜੇ ਨਹੀਂ ਹੈਗੇ। ਇਹਨਾਂ ਕੋਲ ਸੱਚ ਬੋਲਣ ਦਾ ਹਿੰਮਤ ਨਹੀਂ ਹੈਗੀ। ਇਹਨਾਂ ਨੇ ਲੋਕਾਂ ਨੂੰ ਸਿਰਫ ਧਰਮ ਦੇ ਨਾਂ ਤੇ ਵੰਡ ਕੇ, ਜਾਤਾਂ ਦੇ ਨਾਂ ਤੇ ਵੰਡ ਕੇ ਵੋਟਾਂ ਲੈਣ ਦਾ ਠੇਕਾ ਲਿਆ ਹੋਇਆ। ਬਾਕੀ ਗੱਲਾਂ ਛੱਡੀਆਂ ਹੋਈਆਂ ਸਾਰੀਆਂ ਇਹਨਾਂ ਨੇ ਉਹ ਭਗਤਾਂ ਦੇ ਨਾਂ ਤੇ, ਜਿਹੜੇ ਇਹਨਾਂ ਦੇ ਨਾਂ ਦੀਆਂ ਤਾੜੀਆਂ ਵਜਾਈ ਜਾਂਦੇ ਆ ਜਾਂ ਇਹਨਾਂ ਦੇ ਨਾਂ ਤੇ ਦੀਵੇ ਜਗਾਈ ਜਾਂਦੇ। ਬਿਲਕੁਲ। ਜੇਕਰ ਸਰਕਾਰ ਇਹ ਕਹਿੰਦੀ ਆ ਕਿ ਕਰੋਨਾ ਦੇ ਦੌਰਾਨ ਆਕਸੀਜਨ ਦੀ ਕਮੀ ਦੇ ਨਾਲ ਮੌਤ ਹੀ ਕੋਈ ਨਹੀਂ ਹੋਈ, ਫਿਰ ਇਹਨਾਂ ਨੇ ਹਰ ਬਲਾਕ 'ਚ ਆਕਸੀਜਨ ਦਾ ਪਲਾਂਟ ਲਾਉਣ ਦੀ ਤਜਵੀਜ਼ ਕਿਉਂ ਰੱਖੀ? ਫਿਰ ਪ੍ਰਧਾਨ ਮੰਤਰੀ 3 ਵਾਰੀ ਇਸ ਗੱਲ ਦੀ ਗੱਲ ਕਰ ਚੁੱਕੇ ਕਿ ਹਰ ਬਲਾਕ ਦੇ ਉੱਤੇ ਆਕਸੀਜਨ ਦਾ ਜਿਹੜਾ ਆ ਇੱਕ ਵੱਡਾ ਪਲਾਂਟ ਲੱਗੇਗਾ, ਹਰ ਸਰਕਾਰੀ ਹਸਪਤਾਲ 'ਚ ਆਪਣਾ ਪਲਾਂਟ ਹੋਵੇਗਾ। ਫਿਰ ਬਾਹਰੋਂ ਇੰਨੇ ਆਕਸੀਜਨ ਕੰਟੇਨਰ ਕਿਉਂ ਮੰਗਾਏ? 에ਅਰ ਫੋਰਸ ਦੇ ਇਹਨਾਂ ਨੂੰ ਸਪਲਾਈ ਦੇਣੀ ਸੀ, ਸਾਰੇ ਹਿੰਦੁਸਤਾਨ ਦੀ ਇੰਡਸਟਰੀ ਨੂੰ ਬੰਦ ਕਰਕੇ ਸਾਰੀ ਦੀ ਸਾਰੀ ਜਿਹੜੀ ਆਕਸੀਜਨ ਸਪਲਾਈ ਸੀ ਉਹ ਸਾਰੇ ਭਾਰਤ ਦੇ ਕਰੋਨਾ ਮਰੀਜ਼ਾਂ ਨੂੰ ਕਿਉਂ ਦਿੱਤੀ ਗਈ? ਇੱਥੇ ਛੋਟੇ ਜਿਹੜੇ ਵੈਲਡਿੰਗ ਦੀਆਂ ਦੁਕਾਨਾਂ ਚਲਾਉਂਦੇ ਉਹਨਾਂ ਨੂੰ ਵੀ ਮਹੀਨਾ ਸਿਲੰਡਰ ਨਹੀਂ ਮਿਲੇ, ਤੇ ਇਹ ਕਹਿੰਦੇ ਆਕਸੀਜਨ ਦੀ ਕਮੀ ਦੇ ਨਾਲ ਮਰਿਆ ਹੀ ਕੋਈ ਨਹੀਂ। ਇਹਨਾਂ ਨੂੰ ਥੋੜੀ ਜਿਹੀ
ਸ਼ਰਮ ਹੋਣੀ ਚਾਹੀਦੀ ਹੈ ਬੇਸਿਕਲੀ, ਇਦਾਂ ਦੇ ਸ਼ਬਦ ਸਾਨੂੰ ਨਹੀਂ ਬੋਲਣੇ ਚਾਹੀਦੇ। ਪਰ ਇਹ ਜਦੋਂ ਤੱਕ ਇਹ ਸਾਡੇ ਮਿਨਿਸਟਰ ਇਦਾਂ ਦੀਆਂ ਗੱਲਾਂ ਕਰਨਗੇ ਤਾਂ ਫਿਰ ਸਾਡੇ ਵਰਗੇ ਟੀਵੀ ਤੇ ਗੱਲ ਕਰਨ ਵਾਲੇ ਲੋਕ ਫਿਰ ਇਹਨਾਂ ਦੀ ਗੱਲ ਕਿੱਦਾਂ ਸੁਣਨਗੇ ਤੇ ਲੋਕ ਇਹਨਾਂ ਦੀਆਂ ਗੱਲਾਂ ਕਿਵੇਂ ਸੁਣਨਗੇ ਜੀ। ਸੋ ਜਿਹੜੀ ਗੱਲਬਾਤ ਆ ਉਹ ਬਹੁਤ ਹੀ ਲੈਵਲ ਤੋਂ ਪੁੰਜੇ ਦੀ ਆ। ਇਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ। ਕਿਹਾ ਜਾਂਦਾ ਕਿ ਪਹਿਲਾਂ ਤੋਲੋ ਫਿਰ ਬੋਲੋ। ਬਿਲਕੁਲ ਇਦਾਂ ਹੀ ਇਹਨਾਂ ਨੇ ਅਗਲੀ ਗੱਲ ਕੀਤੀ ਹੈ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਪੈਗਾਸਸ ਦੇ ਬਾਰੇ ਚ। ਕੇਂਦਰ ਦੇ ਮੰਤਰੀ ਕਹਿੰਦੇ ਆ ਕਿ ਪੈਗਾਸਸ ਦੇ ਵਿਵਾਦ ਦੇ ਨਾਲ ਭਾਰਤ ਸਰਕਾਰ ਦਾ ਕੋਈ ਲੈਣਾ ਦੇਣਾ ਹੀ ਨਹੀਂ, ਤੇ ਜਿਹੜੀ ਪੈਗਾਸਸ ਨਾਂ ਦਾ ਸੌਫਟਵੇਅਰ ਬਣਾਉਣ ਵਾਲੀ ਕੰਪਨੀ NSO ਆ ਇਜ਼ਰਾਈਲ ਦੀ, ਉਹ ਕਹਿੰਦੀ ਆ ਕਿ ਅਸੀਂ ਸਰਕਾਰ ਤੋਂ ਬਿਨਾਂ ਪੈਗਾਸਸ ਕਿਸੇ ਨੂੰ ਵੇਚਦੇ ਹੀ ਨਹੀਂ ਜੀ। ਪਰ ਹੁਣ 30 ਸਕਿੰਟ ਦੀ ਇੱਕ ਵੀਡੀਓ ਨੇ ਵੀ ਕੱਲ ਦਾ ਭੜਥੂ ਪਾਇਆ ਜੀ, ਕਿਸੇ ਮੰਤਰੀ ਦੀ ਵੀਡੀਓ 30 ਸਕਿੰਟ ਦੀ, ਪਰ ਉਹ ਕਈ ਸਵਾਲ ਖੜੇ ਕਰ ਰਹੀ ਹੈ। ਬਿਲਕੁਲ ਪੈਗਾਸਸ ਕਹਿੰਦੇ ਆ ਜੀ ਇੱਕ ਉਡਣ ਵਾਲੇ ਘੋੜੇ ਨੂੰ, ਜਿਹੜਾ ਚਿੱਟੇ ਰੰਗ ਦਾ ਉਡਣ ਵਾਲਾ ਘੋੜਾ, ਉਹਨੂੰ ਪੈਗਾਸਸ ਕਹਿੰਦੇ ਆ। ਯੂਨਾਨ ਦੀਆਂ ਗਥਾਵਾਂ 'ਚ ਉਹਦਾ ਜ਼ਿਕਰ ਆਉਂਦਾ ਸੀ, ਉਦੋਂ ਤੋਂ ਉਹਨਾਂ ਨੇ ਨਾਂ ਰੱਖ ਲਿਆ ਪੈਗਾਸਸ ਆਪਣੇ ਸੌਫਟਵੇਅਰ ਦਾ। ਤੇ NSO ਇਜ਼ਰਾਈਲ ਦੀ ਕੰਪਨੀ ਆ। ਬੀਤੇ ਦਿਨੀ ਦੁਨੀਆ ਦੀਆਂ 12 ਕੇ 18 ਅਖਬਾਰਾਂ ਨੇ ਇਹਦੀ ਜਿਹੜੀ ਆ ਪੁਸ਼ਟੀ ਕੀਤੀ ਕਿ ਸਾਰੀ ਦੁਨੀਆ ਦੇ ਵਿੱਚ ਬਹੁਤ ਦੇਸ਼ਾਂ ਦੇ ਵਿੱਚ, ਰਵਾਂਡਾ ਆ, ਹੋਰ ਸਾਊਦੀ ਆ, ਇੰਡੀਆ ਆ, ਹੋਰ ਛੋਟੇ ਛੋਟੇ ਬਹੁਤ ਸਾਰੇ ਮੁਲਕ ਆ, ਫਰਾਂਸ ਦਾ ਉਹਦੇ 'ਚ ਵੱਡਾ ਜ਼ਿਕਰ ਆ, ਭਾਰਤ ਦਾ ਜ਼ਿਕਰ ਆ, ਸਿੰਗਾਪੁਰ ਦਾ ਸ਼ਾਇਦ ਉਹਦੇ 'ਚ ਜ਼ਿਕਰ ਆ। ਉਹਨਾਂ ਦਾ ਕਿਹਾ ਕਿ ਉੱਥੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਫੋਨ ਕਾਲਸ ਆ ਉਹ ਇਸ ਸੌਫਟਵੇਅਰ ਦਾ ਇੱਕ ਸਪਾਈਵੇਅਰ ਆ, ਇੱਕ ਮੈਲਵੇਅਰ ਆ। ਜਿਹੜੇ IT ਨਾਲ ਜੁੜੇ ਹੋਏ ਲੋਕ ਆ ਉਹ ਸਮਝਦੇ ਆ ਕਿ ਸਪਾਈਵੇਅਰ ਕੀ ਆ। ਸਪਾਈ ਹੁੰਦਾ ਜਸੂਸੀ ਕਰਨੀ, ਤੇ ਵੇਅਰ ਉਹ ਸੌਫਟਵੇਅਰ ਦਾ ਹਿੱਸਾ ਜਿਹੜਾ ਤੁਹਾਡੇ ਫੋਨ ਦੇ ਵਿੱਚ ਪਾ ਦਿੱਤਾ ਜਾਂਦਾ, ਤੇ ਉਹਦੇ ਨਾਲ ਜਿਹੜੀ ਆ ਤੁਹਾਡੇ ਫੋਨ ਦੀ ਸਾਰੀ ਜਾਣਕਾਰੀ ਤੁਹਾਨੂੰ ਮਿਲਦੀ ਰਹਿੰਦੀ ਹੈ। ਇਦਾਂ ਹੋ ਜਾਂਦਾ ਕਿ ਫੋਨ ਤੁਹਾਡੀ ਜੇਬ 'ਚ ਆ, ਪਰ ਉਹਦਾ ਕਮਾਂਡ ਉਸ ਸਰਵਰ ਕੋਲ ਆ ਜਿਸ ਦੇ ਨਾਲ ਜਿਹਨੇ ਤੁਹਾਡੀ ਸਪਾਈਵੇਅਰ ਕੀਤੀ ਹੋਈ ਹੈ। ਇੱਥੇ ਬੜੀ ਕੁਝ 10 ਕੁ ਸਾਲ ਪਹਿਲਾਂ ਦੀ ਗੱਲ ਹੈ ਸਵਲੀਨ ਜੀ, ਇੱਕ ਯੂਨੀਵਰਸਿਟੀ ਦਾ ਇੱਕ ਹੈਕਿੰਗ ਦੇ ਉੱਤੇ ਸੈਮੀਨਾਰ ਸੀ। ਅਸੀਂ ਵੀ ਉੱਥੇ ਬਾਈ ਚਾਂਸ ਚਲੇ ਗਏ, ਇਨਵਾਈਟੀ ਸੀ। ਉੱਥੇ ਇੱਕ ਜਿਹੜਾ ਹੈਕਰ ਆਇਆ ਹੋਇਆ ਸੀ, ਉਹ ਮੁੰਡਾ ਸਾਊਥ ਦਾ ਸੀ ਤੇ ਬਹੁਤ ਛੋਟੀ ਜਿਹੀ ਉਮਰ ਸੀ ਉਹਦੀ। ਉਹ ਮੈਨੂੰ ਕਹਿੰਦਾ ਜੀ, ਮੈਂ ਕਿਹਾ ਪਹਿਲਾਂ ਸਾਨੂੰ ਦੱਸ ਕੇ ਹੈਕਿੰਗ ਕੀ ਹੁੰਦੀ ਹੈ। ਉਹ ਕਹਿੰਦਾ ਆਪਣਾ ਫੋਨ ਨੰਬਰ ਬੋਲੋ। ਮੈਂ ਆਪਣਾ ਫੋਨ ਨੰਬਰ ਬੋਲਿਆ, ਮੇਰਾ ਫੋਨ ਮੇਰੀ ਜੇਬ ਸੀ, ਉਹਨੇ ਦੇਖਿਆ ਨਹੀਂ ਸੀ। ਉਹਨੇ ਫੋਨ ਦੇ ਵਿੱਚ ਮੈਨੂੰ ਇੱਕ ਮੈਸੇਜ ਭੇਜਿਆ, ਕਹਿੰਦਾ ਮੈਸੇਜ ਆ ਗਿਆ, ਓਪਨ ਕਰ ਲਓ। ਮੈਂ ਮੈਸੇਜ ਓਪਨ ਕਰ ਲਿਆ। ਉਹ 2-4 ਸੈਕਿੰਡ ਦੇ ਵਿੱਚ ਕਹਿੰਦਾ ਤੁਹਾਡੇ ਕੋਲ ਬਲੈਕਬੇਰੀ ਆ। ਮੈਂ ਕਿਹਾ ਹਾਂਜੀ। ਕਹਿੰਦਾ ਬਲੈਕਬੇਰੀ ਤੇ ਇਹ ਜਿਹੜਾ ਆ ਇਹ ਕੰਮ ਨਹੀਂ ਚੱਲਦਾ। ਇਹ 10 ਸਾਲ ਪੁਰਾਣੀ ਗੱਲ ਆ ਤੇ ਇੰਡੀਆ ਦੀ ਗੱਲ ਦੱਸਦਾ ਜੀ। ਫਿਰ ਅਸੀਂ ਉਹਨੂੰ ਇੱਕ ਐਂਡਰੋਇਡ ਫੋਨ ਦਾ ਨੰਬਰ ਦਿੱਤਾ ਤੇ ਉਹਨੇ ਸਾਨੂੰ ਵਿਦਿਨ ਸੈਕਿੰਡਸ ਉਸ ਫੋਨ ਦੇ ਵਿੱਚ ਜਿਹੜੇ ਕੰਟੈਕਟ ਸੀ ਉਹ ਦਿਖਾਤੇ, ਉਸ ਫੋਨ ਦੇ ਵਿੱਚ ਜਿਹੜੇ ਮੈਸੇਜ ਆਏ ਹੋਏ ਸੀ ਉਹ ਵੀ ਦਿਖਾਤੇ, ਜਿਹੜੇ ਉਸ ਫੋਨ ਤੋਂ ਮੈਸੇਜ ਗਏ ਹੋਏ ਸੀ ਉਹ ਵੀ ਦਿਖਾਤੇ। ਸੋ ਸੌਫਟਵੇਅਰ ਜਿਹੜੀ ਜਾਂ ਹੈਕਿੰਗ ਜਿਹੜੀ ਆ ਉਹ ਬਹੁਤ ਐਡਵਾਂਸ ਹੋ ਚੁੱਕੀ ਆ। ਬਹੁਤ ਸਾਰੀਆਂ ਚੀਜ਼ਾਂ ਇਹਦੇ 'ਚ ਬਹੁਤ ਪਹਿਲਾਂ ਵੀ ਰੌਲਾ ਪੈਂਦਾ ਰਿਹਾ। ਦਰਸ਼ਕਾਂ ਨੂੰ ਸ਼ਾਇਦ ਯਾਦ ਹੋਊਗਾ, ਨਹੀਂ ਤਾਂ ਸਾਨੂੰ ਯਾਦ ਆ ਕਿ 2005 ਦੇ ਵਿੱਚ ਰੌਲਾ ਪਿਆ ਸੀ, ਜਦੋਂ ਅੰਬਾਨੀ ਬ੍ਰਦਰ ਦਾ ਆਪਸ 'ਚ ਰੌਲਾ ਸੀਗਾ ਤੇ ਇਹ ਦੋਸ਼ ਲੱਗਾ ਸੀ ਮੁਕੇਸ਼ ਅੰਬਾਨੀ ਦੇ ਉੱਤੇ ਕਿ ਉਹ ਆਪਣੇ ਛੋਟੇ ਭਰਾ ਦੀ ਜਸੂਸੀ ਕਰਾ ਰਿਹਾ। ਉਦੋਂ ਵੀ ਇਜ਼ਰਾਈਲ ਦੀ ਹੀ ਇੱਕ ਕੰਪਨੀ ਦਾ ਜ਼ਿਕਰ ਆਉਂਦਾ ਸੀ। ਹੁਣ ਗੱਲ ਚੱਲਦੀ ਸੀ ਲੋਕ ਸਭਾ ਸੈਸ਼ਨ ਦੇ ਦੌਰਾਨ, ਭਾਰਤ ਸਰਕਾਰ ਦਾ ਇਹ ਕਹਿਣਾ ਕਿ ਪੈਗਾਸਸ ਦੇ ਵਿੱਚ ਭਾਰਤ ਸਰਕਾਰ ਦਾ ਕੋਈ ਰੋਲ ਨਹੀਂ, ਤੇ ਪੈਗਾਸਸ ਕੰਪਨੀ ਦਾ ਇਹ ਕਹਿਣਾ ਕਿ ਅਸੀਂ ਸਰਕਾਰ ਤੋਂ ਬਿਨਾਂ ਕਿਸੇ ਨੂੰ ਵੇਚਦੇ। ਤੇ ਮੰਤਰੀ ਸੂਹਾਂ ਦੇ ਰਿਹਾ, ਤੇ ਮੰਤਰੀ ਕਹਿ ਰਿਹਾ ਕਿ ਮੇਰੇ ਕੋਲ ਪੂਰੀ ਜਾਣਕਾਰੀ ਆ। ਮੇਰੇ ਕੋਲ ਬੰਗਾਲ ਤੋਂ ਹੀ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਇੱਕ ਜਾਣਕਾਰੀ ਆ ਸਾਰੀ ਦੀ ਸਾਰੀ ਕਿ ਦੀਦੀ ਦੇ ਭਤੀਜੇ ਨੇ ਜਿਹਨੂੰ ਫੋਨ ਕੀਤੇ, ਮੇਰੇ ਕੋਲ ਰਿਕਾਰਡ ਸਾਰੇ ਨੇ। ਸ਼ਿਵੇਂਦੂ ਅਧਿਕਾਰੀ ਨੇ ਉਹ ਵੀ ਮੇਰੇ ਖਿਆਲ ਇਹਨਾਂ ਦੀ ਪਾਰਟੀ, ਦੀਦੀ ਦੀ ਪਾਰਟੀ ਛੱਡ ਕੇ ਉਹ BJP 'ਚ ਆਏ ਨੇ, ਤੇ ਹੁਣ ਉਹਨਾਂ ਨੇ ਉਹ ਸਾਰੀ ਗੱਲ ਦਾ ਖੁਲਾਸਾ ਕਰ ਦਿੱਤਾ। ਗੱਲ ਇਹ ਆ ਕਿ ਪੈਗਾਸਸ ਨੇ ਜਿਹੜਾ ਪੈਰ ਫਸਾਰੇ ਨੇ। ਹੁਣ BJP ਇਹ ਕਹਿ ਰਹੀ ਆ ਕਿ ਪੈਗਾਸਸ ਦਾ ਜਿਹੜਾ ਵਰਤੋਂ ਆ ਉਹ ਕਾਂਗਰਸ ਕੁਝ ਲੋਕਾਂ ਨਾਲ ਜਾਂ ਕੁਝ ਅਖਬਾਰਾਂ ਨਾਲ ਜਾਂ ਕੁਝ ਗੈਰ ਸਰਕਾਰੀ ਸੰਗਠਨਾਂ ਨਾਲ ਰਲ ਕੇ BJP ਦੇ ਖਿਲਾਫ ਵਰਤੋਂ ਕਰ ਰਹੀ ਹੈ, ਪਰ ਨਾ ਤੇ BJP ਦੇ ਆਪਣੇ ਮੰਤਰੀਆਂ ਦੇ ਆ ਰਹੇ ਨੇ ਜੀ। ਸੋ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਸੰਸਥਾ, ਚਾਹੇ ਉਹ ਐਮਨੈਸਟੀ ਇੰਟਰਨੈਸ਼ਨਲ ਆ, ਚਾਹੇ ਉਹ ਫਰਾਂਸ ਦੀ ਕੋਈ ਅਖਬਾਰ ਫੋਰਬਿਡਨ ਨਾਂ ਦਾ ਹੈਗਾ ਰਸਾਲਾ, ਜਾਂ ਉਹ ਪੈਗਾਸਸ ਕੰਪਨੀਆਂ ਜਾਂ ਭਾਰਤ ਸਰਕਾਰ ਦੇ ਉਹ ਨਾਮ ਨੇ ਜਿਹੜੇ ਇਸ ਜਾਣਕਾਰੀ 'ਚ, ਇਸ ਸੂਚੀ 'ਚ ਆ ਰਹੇ ਨੇ, ਜਾਂ ਫਿਰ ਜਿਨ੍ਹਾਂ ਦੇ ਉੱਤੇ ਤੁਸੀਂ ਵੱਖ-ਵੱਖ ਧਾਰਾਵਾਂ ਲਾ ਕੇ ਉਹਨਾਂ ਬੰਦਿਆਂ ਨੂੰ ਜੇਲ੍ਹਾਂ 'ਚ ਦਿੱਤਾ ਹੋਇਆ, ਉਹਨਾਂ ਦੇ ਨਾਮ ਵਿੱਚ ਆ ਰਹੇ ਨੇ, ਜੱਜਸ ਦੇ ਨਾਮ ਆ ਰਹੇ ਨੇ। ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਇਸ ਗੱਲ ਤੇ ਸਿੱਧ ਕਰਦੀਆਂ ਨੇ ਕਿ ਪੈਗਾਸਸ ਘਪਲੇ ਦੇ ਉੱਤੋਂ ਸਰਕਾਰ ਜਿਹੜਾ ਹੈ ਉਹ ਸਾਫ਼ ਸੁਥਰੀ ਨਹੀਂ ਬਚ ਸਕਦੀ। ਰੌਲਾ ਉਹਦੇ 'ਚ ਹੈਗਾ ਜੀ। ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਬਿਲਰ ਸਾਹਿਬ, 22 ਜੁਲਾਈ ਨੂੰ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਅਸੀਂ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਾ। ਉਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੇ ਨਾਲ ਮੀਟਿੰਗਾਂ ਕਰਦੇ ਨੇ, ਤੇ ਹੁਣ ਨਤੀਜਾ ਕੀ ਨਿਕਲਿਆ?
ਆਪਾਂ ਸਬਲੀਨ ਜੀ ਕਿਸਾਨਾਂ ਦੀ ਗੱਲ ਜਿਹੜੀ ਇਹ ਪ੍ਰਦਰਸ਼ਨ ਦੀ ਸ਼ੁਰੂ ਕਰਨ ਤੋਂ ਪਹਿਲਾਂ ਪੈਗਾਸਸ ਤੇ ਜਿੱਦਾਂ ਸ਼ਰਮਾ ਜੀ ਗੱਲ ਕਰ ਰਹੇ ਸੀਗੇ, ਛੱਡਣਾ ਨਹੀਂ ਅੱਜ ਪੈਗਾਸਸ। ਹਾਂ, ਇਹ ਇੱਕ ਭਾਰਤ ਦੀ ਰਾਜਨੀਤੀ ਲਈ ਔਰ ਸਭ ਨੂੰ ਵੱਡੀ ਗੱਲ ਵੀ ਆਪਾਂ ਦੇਖਦੇ ਕਿ ਨਿਜਤਾ ਨੂੰ ਲੈ ਕੇ, ਪ੍ਰਾਈਵੇਸੀ ਨੂੰ ਲੈ ਕੇ ਭਾਰਤ ਦੀ ਸੁਪਰੀਮ ਕੋਰਟ ਦੇ ਅਨੇਕਾਂ ਫੈਸਲੇ ਆ ਚੁੱਕੇ ਆ ਵੀ ਕੁਝ ਵੀ ਹੋ ਜਵੇ, ਜਿਹੜੀ ਪ੍ਰਾਈਵੇਸੀ ਇਨਸਾਨ ਦੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਦੁਨੀਆ ਪੱਧਰ ਤੇ ਇਸ ਗੱਲ ਨੂੰ ਮੰਨਿਆ ਜਾਂਦਾ ਵੀ ਇੱਕ ਇਨਸਾਨ ਦੀ ਜਿਹੜੀ ਉਹ ਪ੍ਰਾਈਵੇਸੀ ਕਦੀ ਵੀ ਲੀਕ ਨਹੀਂ ਹੋਣੀ ਚਾਹੀਦੀ। ਪਰ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਆ, ਜਿਨ੍ਹਾਂ ਨੇ ਸੰਘਾਸੀਆਂ ਤੇ ਬੈਠਣਾ ਆ, ਉਹ ਹਮੇਸ਼ਾ ਹੀ ਕਦੀ ਵੀ ਜਿਹੜੀਆਂ ਕਦਰਾਂ ਕੀਮਤਾਂ ਆ ਇੱਕ ਬੰਦੇ ਦੇ ਆਮ ਨਾਗਰਿਕ ਦੀਆਂ, ਉਹਨਾਂ ਨੂੰ ਕਦੀ ਵੀ ਉਹ ਸੋਚਦੇ ਨਹੀਂ, ਦੇਖਦੇ ਨਹੀਂ। ਉਹਨਾਂ ਨੂੰ ਪੈਰਾਂ ਥੱਲੇ ਮਿੱਧ ਕੇ ਉਹਨਾਂ ਨੇ ਆਪਣੀਆਂ ਕੁਰਸੀਆਂ, ਆਪਣੇ ਸੰਘਾਸਨ ਕਾਇਮ ਰੱਖਣੇ ਹੁੰਦੇ ਆ। ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਮੁੱਦਾ ਜਿਹੜਾ ਉੱਠ ਕੇ ਆਇਆ ਆ। ਆਲਮੀ ਮੀਡੀਆ ਭਾਈਚਾਰਾ ਜਿਹੜਾ ਆ, ਉਹਨਾਂ ਨੇ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਅਖਬਾਰਾਂ 'ਚ ਰਿਪੋਰਟਾਂ ਦਿੱਤੀਆਂ। ਜਿਵੇਂ ਸ਼ਰਮਾ ਜੀ ਨੇ ਦੱਸਿਆ ਕਿ ਵਾਕਿਆ ਹੀ ਇਹ ਜਿਹੜਾ ਸਪਾਈਵੇਅਰ ਹੈਗਾ, ਸੌਫਟਵੇਅਰ ਆ, ਇਹ ਸਰਕਾਰਾਂ ਨੂੰ ਇਜ਼ਰਾਈਲ ਵੇਚਦਾ ਆ। ਪਰ ਫਿਰ ਵੀ ਦੁਨੀਆ ਪੱਧਰ ਤੇ ਇਸ ਗੱਲ ਦਾ ਦਬਾਅ ਪੈ ਰਿਹਾ। ਫਰਾਂਸ ਦੀ ਜਿਹੜੀ ਆ ਲੋਕਾਂ ਦੇ ਉੱਤੇ ਵੀ ਇਸ ਗੱਲ ਦਾ, ਉੱਥੇ ਦਾ ਵੀ ਉਹਨਾਂ ਦੀ ਏਜੰਸੀਆਂ ਨੇ ਇਸ ਦੀ ਜਾਂਚ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ। ਮੰਨ ਲੈਂਦੇ ਆ ਵੀ ਜਿਹੜੇ ਨਾਂ ਆ ਗਏ, ਜਿਹਦੇ ਵਿੱਚ ਰਾਹੁਲ ਗਾਂਧੀ ਦਾ ਨਾਂ ਆ ਗਿਆ, ਪ੍ਰਸ਼ਾਂਤ ਕਿਸ਼ੋਰ ਦਾ ਆ ਗਿਆ ਆ, ਅਭਿਸ਼ੇਕ ਬੈਨਰਜੀ ਦਾ ਆ ਗਿਆ ਤੇ ਚੋਣ ਕਮਿਸ਼ਨ ਦਾ ਆ ਗਿਆ, ਹੋਰ ਵੱਡੇ ਵੱਡੇ ਨਾਂ ਜਿਹੜੇ ਆ ਇਸ ਵੇਲੇ ਮਤਲਬ ਆ ਗਏ ਆ। ਇਹ ਤੇ ਦੱਸਦੇ ਰਿਹਾ ਵੀ ਜਿਹੜੀ 50 ਦੇਸ਼ ਤੇ 1000 ਤੋਂ ਉੱਪਰ ਬੰਦੇ ਜਿਹੜੇ ਆ, ਨਾਮਵਰ ਬੰਦੇ ਆ, ਉਹਨਾਂ ਇਸ ਸਾਰੇ ਚੱਕਰਵਿਊਹ ਦੇ ਵਿੱਚ ਉਹ ਪ੍ਰਭਾਵਿਤ ਹੋਏ ਆ। ਹੁਣ ਇਹ ਜੇ ਵਾਕਈ ਗੱਲ ਸੱਚ ਹੋਈ ਆ, ਜੇ ਸੱਚ ਹੈਗੀ ਆ, ਤੇ ਸਰਕਾਰ ਨੂੰ ਫਿਰ ਜਾਂਚ ਕਰਾ ਕੇ ਇਹ ਲੋਕਾਂ ਦੇ ਸਾਹਮਣੇ ਸੱਚ ਕਿਉਂ ਨਹੀਂ ਰੱਖਣਾ ਚਾਹੀਦਾ? ਫਿਰ ਡਿਜੀਟਲ ਇੰਡੀਆ ਵਾਲਾ ਜਵਾਬ ਦੇਵੇ। ਬਿਲਕੁਲ, ਜੇ ਸਰਕਾਰ ਇਸ ਗੱਲ ਦੇ ਵਿੱਚ ਮਤਲਬ ਕਹਿੰਦੀ ਆ ਵੀ ਝੂਠ ਆ, ਵੀ ਇਹ ਕੁਝ ਹੋਇਆ ਹੀ ਨਹੀਂ ਹੈਗਾ, ਤੇ ਜਾਂਚ ਕਰਾ ਦੇਵੇ। 2 ਦਿਨ ਤੋਂ ਸੰਸਦ ਦਾ ਕੰਮ ਰੁਕਿਆ ਹੋਇਆ, ਵਿਰੋਧੀ ਧਿਰਾਂ ਮੰਗ ਕਰ ਰਹੀਆਂ, ਉਹਨਾਂ ਦੇ ਆਪਣੇ ਪਾਰਟੀ ਦੇ ਲੋਕ ਵੀ ਇਹਦੇ ਵਿੱਚ ਦਾਇਰੇ 'ਚ ਆਏ ਆ। ਸਰਕਾਰ ਹੁਣ ਮੋਦੀ ਕਿਹਦੀ ਜਸੂਸੀ ਕਰਾਉਂਦਾ, ਉਹਦੇ ਵਿੱਚ ਮੋਦੀ ਦਾ ਨਾਂ ਨਹੀਂ ਆ ਗਿਆ, ਉਹ 'ਚ ਅਮਿਤ ਸ਼ਾਹ ਦਾ ਨਾਂ ਨਹੀਂ ਆ ਗਿਆ, ਜੋਗੀ ਦਾ ਨਾਂ ਕਿਉਂ ਨਹੀਂ ਆ ਗਿਆ, ਜਾਂ ਹੋਰ ਜਿਹੜੇ ਉਹਨਾਂ ਦੇ ਆਪਣੇ ਬਿਲਕੁਲ ਇੱਕ ਮੁੱਠ 'ਚ ਰਹਿਣ ਵਾਲੇ, ਉਹਨਾਂ ਦਾ ਕਿਉਂ ਨਹੀਂ ਆ ਗਿਆ? ਜਿਹੜੇ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਰਹਿ ਕੇ ਵਿਰੋਧੀ ਸੁਰ ਰੱਖਦੇ ਆ, ਜੇ ਆਪਣੇ ਵਿਰੋਧੀ ਪਾਰਟੀਆਂ ਵਾਲੇ ਆ, ਉਹਨਾਂ ਦੇ ਕਿਉਂ ਆਇਆ? ਵੱਡੇ ਅਖਬਾਰਾਂ ਦੇ ਸਮੂਹ ਦੇ ਵੱਡੇ ਪੱਤਰਕਾਰ ਜਿਹੜੇ ਆ, ਉਹਨਾਂ ਦਾ ਕਿਉਂ ਆਇਆ? ਇਹ ਜਿਹੜਾ 7 ਸਾਲ ਦਾ ਜਿਹੜਾ ਮੋਦੀ ਸ਼ਾਸਨ ਆ, ਇਹਦੇ ਵਿੱਚ ਜਿਹੜੀਆਂ ਪਿਛਲੇ 73 ਸਾਲ ਦੇ ਵਿੱਚ ਅਸੀਂ ਗੱਲਾਂ ਨਹੀਂ ਸੀ ਦੇਖੀਆਂ, ਜਿਹੜੀਆਂ ਘਟਨਾਵਾਂ ਨਹੀਂ ਸੀ ਦੇਖੀਆਂ, ਇਹ ਸਰਕਾਰ ਇਸ ਵੇਲੇ ਅੱਗ ਦੇ ਅੰਗਿਆਰਿਆਂ ਤੇ ਤੁਰ ਰਹੀ ਆ। ਜੋ ਇਹਨਾਂ ਤੋਂ ਆਪਣਾ ਰਾਜ ਭਾਗ ਅੱਗੇ ਲੰਬਾ ਚਲਾਉਣ ਲਈ ਕਰਨਾ ਚਾਹੀਦਾ ਆ, ਉਸ ਤੋਂ ਵੱਧ ਕੇ ਇਹ ਮਨੁੱਖੀ ਜਿਹੜੇ ਹੱਕ ਆ ਉਹਨਾਂ ਨੂੰ ਰੌਂਦ ਕੇ ਅੱਗੇ ਚੱਲ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਵੱਡੇ ਵੱਡੇ ਇੰਟੈਲੈਕਚੁਅਲ ਆ ਜਾਂ ਰਾਜਨੀਤੀ ਨੂੰ ਸਮਝਣ ਵਾਲੇ ਆ, ਵੀ ਬੀਜੇਪੀ ਨੂੰ ਲੱਗ ਰਿਹਾ ਕਿ ਮੋਦੀ ਰਾਜ ਜਾਂ ਮੋਦੀ ਜਿਹੜਾ ਬੀਜੇਪੀ ਨੂੰ ਬਹੁਤ ਅੱਗੇ ਲਿਜਾ ਰਿਹਾ। ਪਰ ਬਹੁਤ ਜਾਣਕਾਰ ਇਹ ਵੀ ਕਹਿ ਰਿਹਾ ਵੀ ਜਿੰਨੀ ਮਿਹਨਤ ਕਰਕੇ 2 MP ਤੋਂ ਤੁਰ ਕੇ ਜੇ ਇਸ ਵੇਲੇ 300 ਤੋਂ ਉੱਪਰ ਬੀਜੇਪੀ ਪਹੁੰਚੀ ਆ, ਤੇ ਅਮਿਤ ਸ਼ਾਹ ਤਾਂ ਮੋਦੀ ਦੀ ਜੋੜੀ ਆ, ਜਿੰਨਾ ਚਿਰ ਹੁਣ ਬੀਜੇਪੀ ਨੂੰ ਕਹਿ ਸਕਦੇ ਆ ਕਿ ਮਿੱਟੀ 'ਚ ਨਹੀਂ ਮਿਲਾਦੀ, ਉਹਨਾਂ ਚਿਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਣਗੇ। ਤੇ ਜੇ ਲੱਗਦਾ ਆ ਸਰਕਾਰ ਸੱਚੀ ਹੈ ਤਾਂ ਸਰਕਾਰ ਨੂੰ ਇਸ ਗੱਲ ਤੇ ਕੋਈ ਨਾ ਕੋਈ ਜਾਂਚ ਕਰਾ ਕੇ ਲੋਕਾਂ ਦੇ ਸਾਹਮਣੇ ਸੱਚ ਜ਼ਰੂਰ ਰੱਖਣਾ ਚਾਹੀਦਾ। ਬਿਲਕੁਲ ਸਾਹਿਬ ਕਹਿੰਦੇ ਆ ਵੀ ਜਿੱਥੋਂ ਇਹ ਲੈ ਕੇ ਆਏ ਸੀ ਪਾਰਟੀ ਨੂੰ, ਉੱਥੇ ਛੱਡ ਕੇ ਆਉਣਗੇ। ਸਵਲੀਨ ਜੀ, ਸੁਬਰਾਮਣੀਅਮ ਸਵਾਮੀ ਇਹਨਾਂ ਦੇ ਇੱਕ ਬਹੁਤ ਵਧੀਆ ਪੜ੍ਹੇ ਲਿਖੇ, ਬਹੁਤ ਬਾਹਰਲੀ ਯੂਨੀਵਰਸਿਟੀ ਦੇ ਪੜ੍ਹੇ ਹੋਏ, ਬਹੁਤ ਹੀ ਇੰਟੈਲੈਕਚੁਅਲ ਨੇ ਤੇ ਬਹੁਤ ਬੇਬਾਕੀ ਨਾਲ ਬੋਲਦੇ ਨੇ। ਸਰਕਾਰ ਦੇ ਹੱਕ 'ਚ ਵੀ ਬੋਲਦੇ ਨੇ, ਸਰਕਾਰ ਦੇ ਖਿਲਾਫ ਵੀ ਬੋਲਦੇ ਨੇ। ਗਾਂਧੀ ਫੈਮਿਲੀ ਦੇ ਖਿਲਾਫ ਉਹਨਾਂ ਨੇ ਕੁਝ ਕੇਸ ਵਿੱਢੇ ਹੋਏ ਨੇ ਤੇ ਉਹਨਾਂ ਕੋਲ ਬਹੁਤ ਜਾਣਕਾਰੀ ਰਹਿੰਦੀ ਹੈ। ਤੇ ਸਾਰੇ ਜਿਹੜੇ ਭਾਰਤ ਦੇ ਲੀਡਰ ਨੇ, ਰਾਜਨੀਤੀਵਾਨ ਨੇ, ਉਹ ਸੋਚ ਕੇ ਹੈਰਾਨ ਹੁੰਦੇ ਨੇ ਕਿ ਸੁਬਰਾਮਣੀਅਮ ਸਵਾਮੀ ਦੇ ਜਿਹੜੇ ਸੂਤਰ ਨੇ ਉਹ ਕਿੱਥੋਂ ਆਉਂਦੇ ਨੇ, ਇਹੋ ਜਿਹੀ ਜਾਣਕਾਰੀ ਰੱਖਦੇ ਨੇ। ਸ਼ਿਵੇਂਦੂ ਅਧਿਕਾਰੀ ਦਾ ਇਸ ਪੈਗਾਸਸ ਮਾਮਲੇ ਦੇ ਬਾਰੇ 'ਚ ਜਾਂ ਦੀਦੀ ਦੇ ਫੋਨ ਕਾਲ ਜਾਂ ਦੀਦੀ ਦੀ ਫੈਮਿਲੀ ਦੀਆਂ ਫੋਨ ਕਾਲ ਦੇ ਬਾਰੇ ਕਹਿਣਾ, ਸੁਬਰਾਮਣੀਅਮ ਸਵਾਮੀ ਦਾ ਬੋਲਣਾ, ਤੇ 17 ਦੇ ਵਿੱਚ ਰਵੀ ਸ਼ੰਕਰ ਪ੍ਰਸਾਦ ਜਦੋਂ ਸੂਚਨਾ ਤੇ ਪ੍ਰਸਾਰਣ ਮੰਤਰੀ ਸੀ, ਉਹਨਾਂ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਸੀ, ਦਿਗਵਿਜੇ ਸਿੰਘ ਜਿਹੜੇ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ MP ਨੇ, ਉਦੋਂ ਵੀ ਇਹ ਰੌਲਾ ਪਿਆ ਸੀ। ਤੇ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਸਰਕਾਰ ਨੂੰ ਕਿ ਕੀ ਤੁਸੀਂ ਪੈਗਾਸਸ ਲਈ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ, ਕੀ ਤੁਸੀਂ ਉਹ ਸੌਫਟਵੇਅਰ ਖਰੀਦਿਆ ਕਿ ਨਹੀਂ ਖਰੀਦਿਆ, ਤੇ ਉਹਨਾਂ ਨੇ ਨਾ ਤੇ ਹਾਂ 'ਚ ਜਵਾਬ ਦਿੱਤਾ ਸੀ ਤੇ ਨਾ 'ਚ ਜਵਾਬ ਦਿੱਤਾ ਸੀ। ਹੁਣ ਬੀਜੇਪੀ ਇਹ ਕਹਿ ਰਹੀ ਆ ਕਿ ਇਹ ਸਾਡੇ ਖਿਲਾਫ ਛੜਯੰਤਰ ਆ। ਦੇਖੋ, ਪੈਗਾਸਸ ਨੇ ਸਾਫ਼ ਕਰਤਾ ਕਿ ਸਰਕਾਰ ਤੋਂ ਬਿਨਾਂ ਅਸੀਂ ਕਿਸੇ ਨੂੰ ਦਿੰਦੇ ਨਹੀਂ ਜੀ। ਤੇ ਜਿੰਨੇ ਫੋਨ ਨੰਬਰਸ ਨੇ, ਜਿੰਨਾ ਰੌਲਾ ਪੈ ਰਿਹਾ ਹੈ, ਉਹਦੇ ਵਿੱਚ ਮੁੱਖ ਚੋਣ ਕਮਿਸ਼ਨ ਦਾ ਵੀ ਨਾਮ ਆਇਆ। ਅਸ਼ੋਕ ਲਵਾਸਾ ਚੋਣ ਕਮਿਸ਼ਨ ਸੀ ਜਦੋਂ 19 ਦੇ ਵਿੱਚ ਇਲੈਕਸ਼ਨ ਹੋ ਰਹੀਆਂ ਸੀ, ਉਹ ਚੋਣ ਕਮਿਸ਼ਨ ਸੀ ਜਿਨ੍ਹਾਂ ਨੇ ਇਕੱਲਿਆਂ ਨੇ ਕਿਹਾ ਸੀਗਾ ਕਿ ਮੋਦੀ ਸਾਹਿਬ ਨੇ ਚੋਣ ਜਿਹੜਾ ਆ ਸੰਹਿਤਾ ਆ ਉਹਦੀ ਉਲੰਘਣਾ ਕੀਤੀ ਆ, ਇਲੈਕਸ਼ਨ ਕੋਡ ਆਫ ਕੰਡਕਟ ਦੀ। ਤੇ ਜਿਹੜੇ ਨਾਲ ਦੇ 2 ਸੀ ਉਹਨਾਂ ਨੇ ਕਿਹਾ ਸੀ ਕਿ ਨਹੀਂ ਹੋਈ। ਫਿਰ ਰੰਜਨ ਗੋਗੋਈ ਦਾ ਉਹਦੇ 'ਚ ਨਾਮ ਆਉਂਦਾ, ਜਿਹੜੇ ਹੁਣ ਰਾਜ ਸਭਾ ਮੈਂਬਰ ਹੈ, ਉਦੋਂ CGI ਸੀ ਜੀ। ਉਹਨਾਂ ਦੇ ਆਫਿਸ ਦੇ ਵਿੱਚੋਂ ਸੁਪਰੀਮ ਕੋਰਟ ਦੇ ਇੱਕ ਸਟਾਫਰ ਨੇ ਉਹਨਾਂ ਦੇ ਉੱਤੇ ਯੌਨ ਸ਼ੋਸ਼ਣ ਦਾ ਆਰੋਪ ਲਾਇਆ ਸੀ। ਉਸ ਯੌਨ ਸ਼ੋਸ਼ਣ ਦਾ ਆਰੋਪ ਲਾਉਣ ਵਾਲੀ ਜਿਹੜੀ ਬੀਬੀ ਆ, ਉਹ ਇੱਕ ਨਾਰਮਲ ਉਹਦੇ ਸਟਾਫ ਮੈਂਬਰ ਸੀ। ਉਹਦੀ ਫੈਮਿਲੀ ਦੇ ਤੇ ਉਹਦੇ ਆਲੇ ਦੁਆਲੇ ਦੇ 10-12 ਨੰਬਰਾਂ ਦੀ ਉਹਦੇ 'ਚ ਗੱਲਬਾਤ ਆ। ਸੋ ਇਹੋ ਜਿਹੇ ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ ਇੰਡੀਆ, ਵਾਇਰ,
ਤੇ ਹੋਰ ਜਿਹੜੀਆਂ ਚੰਗੀਆਂ ਅਖਬਾਰਾਂ ਨੇ ਉਹਨਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਨਾਮ ਹੈ ਉਹਦੇ ਵਿੱਚ। 50 ਤੋਂ ਜ਼ਿਆਦਾ ਪੱਤਰਕਾਰਾਂ ਦੇ ਨਾਮ ਨੇ। ਤੇ ਜਿਹੜੀ ਗੱਲ ਅਸੀਂ ਜਾਂਚ ਦੀ ਕਰਦੇ ਹਾਂ, ਬਿਲਗਾ ਸਾਹਿਬ ਨੇ ਵੀ ਕਿਹਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਆ। ਸੌਫਟਵੇਅਰ ਇੰਨਾ ਕਮਾਲ ਦਾ ਆ ਕਿ ਉਹ ਕੰਪਨੀ ਤਾਂ ਦੱਸ ਸਕਦੀ ਆ ਕਿ ਅਸੀਂ ਕਿਹਦੇ 'ਚ ਪਾਇਆ ਤੇ ਕਿਹਦੇ 'ਚ ਨਹੀਂ, ਕਿਉਂਕਿ ਉਹਨਾਂ ਕੋਲ ਤੇ ਜਾਣਕਾਰੀ ਆ ਰਹੀ ਹੈ। ਹੋਰ ਉਹਦੀ ਫੋਰੈਂਸਿਕ ਜਾਂਚ ਤੋਂ ਇਲਾਵਾ ਤੁਸੀਂ ਉਹਦੇ ਚੋਂ ਉਸ ਸੌਫਟਵੇਅਰ ਨੂੰ ਲੱਭ ਨਹੀਂ ਸਕਦੇ, ਉਹਦੇ ਚੋਂ ਕੱਢ ਨਹੀਂ ਸਕਦੇ। ਟੈਕਨੀਕਲ ਮਾਹਰਾਂ ਦਾ ਇਹ ਵੀ ਕਹਿਣਾ ਕਿ ਜਿਹਦੇ ਫੋਨ ਦੇ ਵਿੱਚ ਪੈਗਾਸਸ ਆ ਗਿਆ ਉਹ ਫੋਨ ਨੂੰ ਸੁੱਟ ਦੇਵੇ, ਗੰਗਾ 'ਚ ਰੋੜ ਦੇਵੇ, ਫਿਰ ਤੇ ਜਾਨ ਬਚ ਜੂ। ਨਹੀਂ ਤਾਂ ਤੁਸੀਂ ਫੋਨ ਨੂੰ ਬੰਦ ਕਰ ਲਓ, ਫੋਨ ਨੂੰ ਡਿਲੀਟ ਕਰ ਲਓ, ਸਾਰੇ ਨੂੰ ਫੈਕਟਰੀ ਰੀਸੈਟ ਵੀ ਕਰ ਲਿਓ, ਪੈਗਾਸਸ ਵਿੱਚੋਂ ਫਿਰ ਵੀ ਨਹੀਂ ਜਾਂਦਾ। ਤੇ ਜਿਹੜੀਆਂ ਤੁਹਾਡੀਆਂ ਫੇਸਬੁੱਕ WhatsApp ਹੈ, ਇਹ ਕਹਿੰਦੇ ਆ ਕਿ ਸਾਡੇ ਜਿਹੜੇ ਸਿਸਟਮ ਨੇ, ਸਾਡੇ ਜਿਹੜੇ ਮੈਸੇਜਿੰਗ ਤੇ ਸਾਡੀ ਜਿਹੜੀ ਚੈਟ ਹੈ ਐਂਡ ਟੂ ਐਂਡ ਇਨਕ੍ਰਿਪਟਡ ਆ ਜੀ। ਪਰ WhatsApp ਦੀਆਂ ਕਾਲਿੰਗ ਵੀ ਪੈਗਾਸਸ ਸੁਣ ਸਕਦਾ ਤੇ Facebook ਦੀ ਸਾਰੀ ਜਾਣਕਾਰੀ ਵੀ ਪੈਗਾਸਸ ਲੈ ਸਕਦਾ। ਮੈਸੇਂਜਰ ਦੀਆਂ ਕਾਲਿੰਗ ਵੀ ਪੈਗਾਸਸ ਸੁਣ ਸਕਦਾ। ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਚੋਂ ਕਵਰ ਕੀਤੀਆਂ ਜਾ ਸਕਦੀਆਂ, ਇਨਕ੍ਰਿਪਟ ਕੀਤੀਆਂ ਜਾ ਸਕਦੀਆਂ, ਡੀਕੋਡ ਕੀਤੀਆਂ ਜਾ ਸਕਦੀਆਂ। ਤੇ ਇੰਨਾ ਸੱਚ ਕਿਸੇ ਸਰਕਾਰ ਨੇ ਨਹੀਂ ਬੋਲਣਾ ਕਿ ਇਹ ਜਿਹੜੀ ਜਾਣਕਾਰੀ ਆ ਉਹ ਸੱਚ ਹੈ ਜਾਂ ਝੂਠ ਹੈ ਜੀ। ਪਰ ਮੈਂ ਇੱਕ ਦੂਸਰੇ ਤਰੀਕੇ ਦੀ ਗੱਲ ਕਰਦਾ, ਜਸੂਸੀ ਜਿਹੜੀ ਆ ਉਹ ਹਮੇਸ਼ਾ ਹੁੰਦੀ ਆ ਤੇ ਹੁੰਦੀ ਰਹਿਣੀ ਆ ਤੇ ਹੋਣੀ ਥੋੜੀ ਬਹੁਤ ਚਾਹੀਦੀ ਵੀ ਹੈ। ਜੇ ਤੁਸੀਂ ਇਸ ਕੰਮ ਦੇ ਉੱਤੇ ਕੰਮ ਕਰਨਾ ਹੈ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਆ, ਤਾਂ ਹਮੇਸ਼ਾ ਇਹ ਲਲਕ ਰਹਿੰਦੀ ਆ ਕਿ ਪਤਾ ਲੱਗ ਜਾਏ ਉਹਨਾਂ ਦੀ ਪਾਲਿਸੀ ਕੀ ਆ, ਉਹਨਾਂ ਦੇ ਪਲਾਨ ਕੀ ਨੇ, ਉਸ ਹਿਸਾਬ ਨਾਲ ਚੱਲੀਏ। ਨਿਜਤਾ ਦਾ ਜਿਹੜਾ ਰਾਖੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਤੇ ਇਹ ਜਿਹੜਾ ਉਲਾਮਾ ਲੈਂਦੇ ਨੇ, ਇੱਕ ਬਹਾਨਾ ਬਣਾਉਂਦੇ ਨੇ ਉਹਦੇ ਵਿੱਚ ਕਿ ਅਸੀਂ ਰਾਸ਼ਟਰ ਦੀ ਸੁਰੱਖਿਆ ਦੇ ਨਾਂ ਤੇ ਕੰਮ ਕਰਦੇ ਹਾਂ। ਯਾਰ ਚੀਫ ਜਸਟਿਸ ਦਾ, ਜੇ ਚੀਫ ਜਸਟਿਸ ਦੇ ਸਟਾਫ ਦੇ ਫੋਨ ਜਿਹੜੇ ਉਹ ਰਾਸ਼ਟਰ ਸੁਰੱਖਿਆ ਲਈ ਖਤਰਨਾਕ ਨੇ, ਕਿ ਚੋਣ ਕਮਿਸ਼ਨਰ ਦਾ ਫੋਨ ਰਾਸ਼ਟਰ ਸੁਰੱਖਿਆ ਲਈ ਖਤਰਨਾਕ ਹੈ, ਪੱਤਰਕਾਰਾਂ ਦੇ ਫੋਨ ਰਾਸ਼ਟਰ ਸੁਰੱਖਿਆ ਲਈ ਖਤਰਨਾਕ ਨੇ, ਕਿ ਜਿਹੜਾ ਤੁਹਾਡੇ ਮੂਹਰੇ ਵਿਰੋਧੀ ਧਿਰ ਦਾ ਨੇਤਾ ਹੈ ਰਾਹੁਲ ਗਾਂਧੀ, ਉਹਦੇ ਜਿਹੜੇ ਸਟਾਫ ਦੇ 2 ਬੰਦੇ ਨੇ, ਉਹਦੇ ਜਿਹੜੇ ਆਲੇ ਦੁਆਲੇ 10 ਨੰਬਰ ਨੇ, ਕੀ ਉਹ ਰਾਸ਼ਟਰ ਸੁਰੱਖਿਆ ਲਈ ਜ਼ਿੰਮੇਵਾਰ ਨੇ? ਜਾਂ ਤੇ ਫਿਰ ਜਸੂਸੀ ਇਹੋ ਜਿਹੀ ਕਰੋ ਜਿਹੜੀ ਫੜੀ ਨਾ ਜਾਵੇ, ਤੇ ਜੇ ਫੜੀ ਜਾਂਦੀ ਆ ਤਾਂ ਫਿਰ ਤੁਸੀਂ ਉਹਦੇ ਲਈ ਜਵਾਬ ਦੇ ਆ, ਕਿਉਂਕਿ ਤੁਸੀਂ ਸਰਕਾਰ ਹੋ ਜੀ। ਸ਼ਰਮਾ ਜੀ, ਆਪਾਂ ਇਹ ਗੱਲ ਜੋੜ ਲਈਏ ਵੀ ਜਿਸ ਦਿਨ ਦਾ ਇਹ ਰੌਲਾ ਪਿਆ ਆ ਤੇ ਲੋਕਾਂ ਦੇ ਵਿੱਚ ਸਵਲੀਨ ਇੱਕ ਗੱਲ ਆ ਵੀ ਅਗਲਾ ਇਹ ਸੋਚਦਾ ਵੀ ਜਿਹਦੇ ਕੋਲ ਵੀ ਡਿਜੀਟਲ ਫੋਨ ਆ ਵੀ ਮੋਦੀ ਹੁਣ ਮੇਰੇ ਨਾਲ ਹੀ ਸੁੱਤਾ ਪਿਆ ਆ। ਇਹ ਗੱਲਾਂ ਜਿਹੜੀਆਂ ਆ ਇਹ ਬੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਿਜਤਾ ਨੂੰ ਲੈ ਕੇ ਖਤਰਨਾਕ ਆ। ਤੇ ਆਪਾਂ ਗੱਲ ਕਰ ਰਹੇ ਸੀ, ਤੁਹਾਡਾ ਸਵਾਲ ਸੀ ਕਿਸਾਨੀ ਮੁੱਦੇ ਵਾਲਾ, ਬੜੀ ਲੰਬੀ ਗੱਲ ਪੈਗਾਸਸ ਤੇ ਹੋ ਗਈ। ਕਿਸਾਨੀ ਮੁੱਦੇ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਨੇ, ਦਿੱਲੀ ਪੁਲਿਸ ਨੇ ਉਹਨਾਂ ਨਾਲ ਰਾਬਤਾ ਕੀਤਾ ਸੀ, ਐਲਾਨ ਬੜਾ ਲੰਬੇ ਸਮੇਂ ਤੋਂ ਨਹੀਂ ਕੀਤਾ ਹੋਇਆ ਵੀ ਅਸੀਂ 200 ਕਿਸਾਨਾਂ ਦਾ ਜਥਾ, 40 ਜਥੇਬੰਦੀਆਂ ਦੇ ਵਿੱਚੋਂ 5-5 ਮੈਂਬਰ, ਪੂਰਾ ਰਿਕਾਰਡਡ, ਹਰ ਜਥੇਬੰਦੀ ਦੇ ਜਿਹੜੇ 5 ਬੰਦੇ ਆਉਣਗੇ ਉਹ ਜਥੇਬੰਦੀ ਕੋਲ ਵੀ ਰਿਕਾਰਡ ਹੋਊਗਾ, ਸੰਯੁਕਤ ਮੋਰਚੇ ਕੋਲ ਵੀ ਰਿਕਾਰਡ ਹੋਊਗਾ, ਤੇ ਉਹਨਾਂ ਦੇ ਟੈਲੀਫੋਨ ਨੰਬਰ, ਉਹਨਾਂ ਦੇ ਘਰਦਿਆਂ ਦੇ ਟੈਲੀਫੋਨ ਨੰਬਰ, ਉਹਨਾਂ ਦੇ ਘਰਦਿਆਂ ਦੇ 1 ਤੋਂ ਵੱਧ ਦੇ ਟੈਲੀਫੋਨ ਨੰਬਰ, ਵੀ ਕੋਈ ਘਟਨਾ ਵਾਪਰਦੀ ਤਾਂ ਸਾਡੇ ਕੋਲ ਰਿਕਾਰਡ ਹੋਵੇ। ਬਿਲਕੁਲ ਸਾਹਿਬ, ਉਹਨਾਂ ਨੇ ਇਹ ਲਿਸਟ ਪੁਲਿਸ ਨੂੰ ਵੀ ਦੇਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਬਕਾਇਦਾ ਆਇਡੈਂਟੀ ਕਾਰਡ ਗਲਾਂ 'ਚ ਹੋਣਗੇ। ਤੇ ਇਹ ਦਿੱਲੀ ਪੁਲਿਸ ਪਿਛਲੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਤੇ ਇੱਕ ਕਰ ਰਹੀ ਵੀ ਤੁਸੀਂ ਕੋਵਿਡ ਕਰਕੇ ਗਿਣਤੀ ਘਟਾ ਲਓ। ਕਿਸਾਨ ਜਿਹੜੇ ਇਸ ਗੱਲ ਤੇ ਬਜਿੱਦ ਰਹੇ, ਪਰ ਉਹਨਾਂ ਦੀ ਜਿਹੜੀ ਇਹ ਸਾਰੀ ਕਾਰਵਾਈ ਸੀਗੀ ਉਹ ਦਿੱਲੀ ਪੁਲਿਸ ਨੂੰ ਇਹ ਮੰਨਣੀ ਪਈ ਤੇ ਉਹ ਚਾਹੁੰਦੇ ਸੀ ਕਿ ਅਸੀਂ ਸੰਸਦ ਦਾ ਘਰਾਓ ਨਹੀਂ ਕਰਨਾ, ਅਸੀਂ ਸੰਸਦ ਦਾ ਜਾ ਕੇ ਪ੍ਰਦਰਸ਼ਨ ਕਰਨਾ। ਪਰ ਫਿਰ ਵੀ 2-4 ਮੀਟਿੰਗਾਂ ਹੋਣ ਤੋਂ ਬਾਅਦ ਉਹਨਾਂ ਦਾ ਇੱਕ ਗੱਲ ਤੇ ਸਹਿਮਤੀ ਬਣ ਗਈ ਕਿ ਤੁਸੀਂ ਜੰਤਰ ਮੰਤਰ ਤੇ ਆਪਣਾ ਪ੍ਰਦਰਸ਼ਨ ਕਰ ਸਕਦੇ ਆ, ਵੀ ਇਸ ਤੋਂ ਅੱਗੇ ਸਰਕਾਰ ਲਈ ਜਾਂ ਪੁਲਿਸ ਲਈ ਤੁਹਾਨੂੰ ਭੇਜਣਾ ਬੜਾ ਨਾਜ਼ੁਕ ਹੋ ਸਕਦਾ ਹੈ। ਸਹਿਮਤੀ ਬਣ ਗਈ। ਹੁਣ ਜੰਤਰ ਮੰਤਰ ਤੇ ਕਿਸਾਨ ਆਪਣਾ ਸਪੀਕਰ ਲਾਣਗੇ, ਆਪਣਾ ਡਿਪਟੀ ਸਪੀਕਰ ਲਾਣਗੇ, ਤੇ ਜਿਵੇਂ ਸੰਸਦ ਦੇ ਅੰਦਰ ਚੱਲਦੀ ਆ ਕਾਰਵਾਈ ਇਦਾਂ ਹੀ ਕਿਸਾਨ ਬਾਹਰ ਚਲਾਣਗੇ। ਜਿਹੜੇ ਵਰਕਿੰਗ ਡੇ ਹੋਣਗੇ, ਮਤਲਬ ਜਿੱਦਣ ਸੰਸਦ ਖੁੱਲੂਗੀ, ਲਗਾਤਾਰ ਨਹੀਂ ਜਾਣਾ ਕਿਸਾਨਾਂ ਨੇ, ਮਤਲਬ ਇਹ ਨਹੀਂ ਹੈਗਾ ਵੀ ਸ਼ਨੀ ਐਤਵਾਰ ਜਾਣਗੇ। ਜਿੱਦਣ ਕਾਰਵਾਈ ਸੰਸਦ ਦੀ ਚੱਲਦੀ ਹੋਊਗੀ, ਬਰਾਬਰ 5 ਬੱਸਾਂ ਦੇ ਵਿੱਚ ਬੈਠ ਕੇ 200 ਕਿਸਾਨ ਜਾਇਆ ਕਰੂਗਾ, ਨਾਲ ਉਹਨਾਂ ਦੇ ਮੀਡੀਆ ਭਾਈਚਾਰਾ ਜਿਹੜਾ ਕਿ ਲੋਕਲ ਜਿਹੜਾ ਉਹਨਾਂ ਨੂੰ ਦਿਖਾਉਂਦਾ ਆ, ਤੇ ਜੇ ਨੈਸ਼ਨਲ ਮੀਡੀਆ ਜਾਂ ਗੋਦੀ ਮੀਡੀਆ ਦੇ ਤਾਂ ਆਪਾਂ ਹਾਲਾਤ ਦੇਖੇ ਹੀ ਆ, ਤੇ ਉੱਥੇ ਬਕਾਇਦਾ ਜੰਤਰ ਮੰਤਰ ਤੇ ਇਸ ਵੇਲੇ ਕਿਸਾਨ ਆਪਣਾ ਪ੍ਰਦਰਸ਼ਨ ਕਰਨਗੇ। ਤੇ ਉਹਦੇ ਵਿੱਚ ਵੀ ਕਿਸਾਨਾਂ ਨੇ ਪੂਰਾ ਇਸ ਵੇਲੇ ਇਸ ਗੱਲ ਦਾ ਖਿਆਲ ਰੱਖਿਆ ਕਿ ਕਿਸੇ ਤਰ੍ਹਾਂ ਵੀ 26 ਜਨਵਰੀ ਵਰਗਾ ਕੋਈ ਸ਼ਰਾਰਤੀ ਬੰਦਾ, ਕੋਈ ਇਸ ਤਰ੍ਹਾਂ ਦਾ ਏਜੰਸੀਆਂ ਦਾ ਬੰਦਾ ਸਾਡੇ ਇਸ ਜਿਹੜਾ ਕਨਸੈਪਟ ਆ ਪ੍ਰਦਰਸ਼ਨ ਦਾ ਸੰਸਦ ਦਾ, ਉਹਦੇ ਵਿੱਚ ਕੋਈ ਦਖਲ ਨਾ ਕਰ ਸਕੇ, ਉਹਦੇ ਵਿੱਚ ਕੋਈ ਸ਼ਰਾਰਤ ਨਾ ਕਰ ਸਕੇ। ਇਸ ਲਈ ਉਹਨਾਂ ਨੇ ਇਸ ਵੇਲੇ ਪੂਰਾ ਸਤਰਕ ਹੋ ਕੇ ਬੜੇ ਵੱਡੇ ਪੱਧਰ ਤੇ ਬੜਾ ਬਰੀਕੀ ਦੇ ਨਾਲ ਇਹ ਫੈਸਲਾ ਰਿਹਾ ਆ। ਤੇ ਜੇ ਹੁਣ ਜੰਤਰ ਮੰਤਰ ਤੇ ਕਿਸਾਨ ਆਪਣਾ ਇਹ ਪ੍ਰਦਰਸ਼ਨ ਕਰਨ ਦੇ ਵਿੱਚ ਸਫਲ ਹੋ ਜਾਂਦੇ ਆ, ਤੇ ਇਹ ਮੰਨਿਆ ਜਾਵੇ ਕਿ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਵਿਪ ਦੇ ਅੰਦਰ ਸਰਕਾਰ ਨੂੰ ਵਿਰੋਧੀ ਧਿਰ ਦੇ ਲੀਡਰਾਂ ਨੇ ਇਸ ਵੇਲੇ ਪੂਰਾ 2 ਦਿਨ ਦੇ ਵਿੱਚ ਦੱਸ ਦਿੱਤਾ ਵੀ 7 ਸਾਲਾਂ 'ਚ ਇੰਨਾ ਵਿਰੋਧ ਨਹੀਂ ਸੀ ਹੋਇਆ ਸਰਕਾਰ ਦਾ ਜਿੰਨਾ ਇਸ ਵੇਲੇ 2 ਦਿਨ 'ਚ ਹੋ ਰਿਹਾ। ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਜਿੱਥੇ ਘੇਰਿਆ, ਤੇ ਕਿਸਾਨੀ ਅੰਦੋਲਨ ਵੀ ਉੱਥੇ 1 ਨੰਬਰ ਤੇ ਮੁੱਦਾ ਉੱਭਰ ਕੇ ਆਇਆ ਆ, ਤੇ ਬਾਹਰ ਇਸ ਵੇਲੇ ਕਿਸਾਨ ਆਪਣਾ ਕਰ ਰਹੇ ਆ। ਸਵਲੀਨ ਜੀ, ਤੁਸੀਂ ਰੁਕੋ ਸਹੀ, ਜਿਵੇਂ ਹਾਲਾਤ ਹੋਏ ਆ ਪੱਛਮੀ ਬੰਗਾਲ ਦੇ ਵਿੱਚ, ਇਹ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰਾਖੰਡ ਤੇ ਯੂਪੀ ਦੇ ਵਿੱਚ ਇਹ ਬਣਦੇ ਦਿਸ ਰਹੇ ਆ। ਕਿਸਾਨਾਂ ਨੇ ਜਿਹੜੀ ਸਤੰਬਰ ਦੇ ਵਿੱਚ ਯੂਪੀ ਦੇ ਵਿੱਚ ਵੱਡੀ ਮਹਾਰੈਲੀ, ਵੱਡੀ ਸਭਾ ਰੱਖੀ ਆ, ਉਹ ਸਭਾ ਤੋਂ ਬਾਅਦ ਬੀਜੇਪੀ ਨੂੰ
ਆਵਾਸ ਹੋ ਜਾਣਾ, ਪਤਾ ਤਾਂ ਉਹਨਾਂ ਨੂੰ ਹੁਣ ਵੀ ਸਾਰਾ ਹੈਗਾ ਵੀ ਸਾਡੇ ਜੋ ਹਾਲਾਤ ਆ, ਪਰ ਫਿਰ ਵੀ ਉਹ ਜਿਹੜੀ ਸਭਾ ਹੋਣੀ ਆ ਉਸ ਤੋਂ ਬਾਅਦ ਬਿਗਲ ਵਰ ਜਾਣਾ ਆ, ਸਮਾਂ ਚੋਣਾਂ ਦੇ ਵਿੱਚ ਥੋੜਾ ਰਹਿ ਜਾਣਾ ਆ। ਤੇ ਆ ਜਿਹੜਾ ਸੰਸਦ ਦਾ ਸੈਸ਼ਨ ਚੱਲ ਰਿਹਾ ਆ ਇਹਦੇ ਵਿੱਚ ਇੱਕ ਨਵੀਂ ਛਾਪ ਕਿਸਾਨ ਲੋਕਾਂ ਦਾ ਜਿਹੜਾ 200 ਦਾ ਇਕੱਠ ਆ ਉਹ ਆਪਣੀ ਛੱਡੂਗਾ, ਤੇ ਜਿਹੜਾ ਵਿਰੋਧੀ ਧਿਰਾਂ ਵੱਲੋਂ ਇਸ ਵੇਲੇ ਅੰਦਰ ਵਿਰੋਧ ਕੀਤਾ ਜਾ ਰਿਹਾ, ਇਹ ਦੋਨੇ ਚੀਜ਼ਾਂ ਇਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਬੀਜੇਪੀ ਨੂੰ ਕੋਈ ਵਿਰੋਧ ਹੀ ਨਹੀਂ ਸੀ ਮਿਲ ਰਿਹਾ, ਇਹ ਆਪਣਾ ਇੱਕ ਵੱਖਰੀ ਪਛਾਣ ਛੱਡਣਗੇ, ਵੱਖਰੀ ਜਿਹੜੀ ਇਹ ਛਾਪ ਛੱਡਣਗੇ। ਜੀ, ਅਸੀਂ ਚਰਚਾ ਕੀਤੀ ਹੈ ਮੌਨਸੂਨ ਸੈਸ਼ਨ ਦੀ, ਪੈਗਾਸਸ ਕਾਂਡ ਦੀ, ਤੇ ਉਸ ਤੋਂ ਇਲਾਵਾ ਗੱਲ ਕੀਤੀ ਹੈ ਕਿਸਾਨ ਅੰਦੋਲਨ ਦੀ। ਹੁਣ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪੰਜਾਬ ਦੀ ਰਾਜਨੀਤੀ ਚਾਹੁੰਦੇ ਹੁਣ ਜੀ, ਸੁਣਿਆ ਵੀ ਇਨੋਵਾ ਗੱਡੀਆਂ ਮਿਲ ਰਹੀਆਂ ਐ ਤੇ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵੀ ਰੌਲਾ ਪੈ ਰਿਹਾ, ਤੁਹਾਨੂੰ ਵੀ ਮਿਲਣੀ ਗੱਡੀ ਗੁੱਡੀ ਕਿ ਨਹੀਂ? ਬਿਲਕੁਲ ਜੀ, ਆਪਾਂ ਅਗਲੇ ਸਾਲ ਸਾਨੂੰ ਮਿਲ ਜਾਣੀ ਆ, ਕਿਉਂਕਿ ਜਦੋਂ ਵੋਟਾਂ ਆਉਣਗੀਆਂ ਫੇਰ ਇਹ ਮਿਲਣੀਆਂ ਸਾਨੂੰ, ਹਾਲੇ ਤਾਂ ਉਹ ਹੋਰ ਲੋਕਾਂ ਨੂੰ ਗੱਡੀਆਂ ਦੇ ਰਹੇ ਨੇ। ਚਲੋ ਜੋ ਸ਼ਰਮਾ ਜੀ ਗੱਡੀ ਨਾ ਲਿਓ, ਬੋਤਲ ਤਾਂ ਸਕੈਨ ਕਰਕੇ ਮਿਲੂ। ਹਾਂ ਬਿਲਕੁਲ। ਜਿਹੜੀ ਤੁਹਾਡੀ ਸ਼ਰਾਬ ਦੀ ਵਿਕਰੀ ਵਾਲੀ ਗੱਲ ਆ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਸੀ, ਉਹਦੇ ਸੈਕਟਰੀ ਬਿੰਨੀ ਮਹਾਜਨ ਮੈਡਮ ਐਕਸਾਈਜ਼ ਦੇ, ਉਹਨਾਂ ਨੇ ਕੱਲ ਗੱਲ ਕੀਤੀ ਆ ਕਿ ਜਿਹੜੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਸ਼ਰਾਬ ਵਿਕਦੀ ਆ, ਉਹਨੂੰ ਰੋਕਣ ਲਈ ਪੰਜਾਬ ਦੀ ਜਿਹੜੀ ਸ਼ਰਾਬ ਆ ਉਹਦੇ ਤੇ QR ਕੋਡ ਹੋਏਗਾ ਤੇ ਉਹ ਸਕੈਨ ਕੀਤਾ ਜਾਏਗਾ, ਤੇ ਉਹ ਤੋਂ ਪਤਾ ਲੱਗ ਜਾਏਗਾ ਕਿ ਸ਼ਰਾਬ ਜਿਹੜੀ ਆ ਪੰਜਾਬ ਦੇ ਵਿੱਚ ਸਹੀ ਤਰੀਕੇ ਦੀ ਵਿਕ ਰਹੀ ਆ ਕਿ ਇਲੀਗਲ ਸ਼ਰਾਬ ਜਾਂ ਆਊਟ ਆਫ ਸਟੇਟ, ਜਾਂ ਜਿਹਨੂੰ ਗਲਤ ਸ਼ਰਾਬ ਕਹਿੰਦੇ ਆ, ਜਾਂ ਤੁਸੀਂ ਦੇਸੀ ਸ਼ਰਾਬ ਕਹਿ ਦਿੰਦੇ ਆ, ਜਿਹੜੇ ਨਾਲ ਲੋਕਾਂ ਦੀ ਜਿਹੜੀ ਆ ਮੌਤ ਹੁੰਦੀ ਆ ਜਾਂ ਸਿਹਤ ਦੇ ਨਾਲ ਸਮੱਸਿਆਵਾਂ ਜਿਹੜੀਆਂ ਆਉਂਦੀਆਂ। ਦੇਖੋ ਗੱਲ ਇਹ ਆ ਕਿ ਹੁਣ ਮਹੀਨੇ ਰਹਿ ਗਏ ਥੋੜੇ, ਤੇ ਹਾਈ ਕਮਾਂਡ ਸਖਤ ਸੀ, ਤੇ ਹੁਣ ਇਹਨਾਂ ਨੂੰ ਯਾਦ ਆਇਆ ਉਹ 4.5 ਸਾਲ ਬਾਅਦ ਕਿ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵੀ ਕੁਝ ਕੰਮ ਕਰਨ ਦੀ ਲੋੜ ਆ। ਇਦਾਂ ਹੀ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਆ ਗੱਡੀਆਂ ਵਾਲੀ, ਉਹ ਹੁਣ ਪਾਟੋ ਧਾੜ ਪਈ ਹੋਈ ਆ। ਪਾਰਟੀ ਫਿਰ ਬਿਲਕੁਲ ਵੱਡੇ ਰੂਪ ਦੇ ਵਿੱਚ ਦੋ ਹਿੱਸਿਆਂ 'ਚ ਵੰਡੀ ਹੋਈ ਨਜ਼ਰ ਆਉਂਦੀ ਹੈ। ਹਾਲਾਂਕਿ ਹਾਲੇ ਉਹਨਾਂ ਨੇ ਸਿੱਧੂ ਸਾਹਿਬ ਨੇ ਜਿਹੜੀ ਪ੍ਰਧਾਨਗੀ ਦਾ ਅਹੁਦਾ ਸੰਭਾਲਣਾ ਆ, ਪਰ ਜਿੱਦਾਂ ਉਹ ਸਾਰੇ ਪੰਜਾਬ ਦੇ ਦੌਰੇ 'ਚ ਲੱਗੇ ਹੋਏ ਨੇ, ਚੰਡੀਗੜ੍ਹੋਂ ਸ਼ੁਰੂ ਹੋਏ, ਪਟਿਆਲੇ ਤੋਂ ਜਲੰਧਰ ਤੋਂ ਹੁਣ ਅੰਮ੍ਰਿਤਸਰ ਪਹੁੰਚ ਗਏ, ਤੇ ਜਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਹੁਣ ਤੱਕ ਮਿਲ ਲਿਆ, ਇਹ ਗੱਲ ਠੀਕ ਹੈ ਕਿ ਇੰਨੇ ਲੋਕਾਂ ਨੂੰ ਉਹਨਾਂ ਨੇ ਪਿਛਲੇ 4 ਸਾਲ 'ਚ ਨਹੀਂ ਮਿਲਿਆ ਹੋਣਾ, ਸਿਰਫ ਪਿਛਲੇ 4 ਸਾਲਾਂ 'ਚ ਤੇ ਉਹਨਾਂ ਨੇ ਵੀ ਟਵੀਟ ਤੇ ਹੀ ਲੜਾਈ ਜਿਹੜੀ ਜਾਰੀ ਰੱਖੀ। ਤੇ ਅੱਜ ਦੀ ਇੱਕ ਖਬਰ ਸੀ ਕਿ ਪੰਜਾਬ ਸਰਕਾਰ ਨੇ ਕੋਈ 21 ਗੱਡੀਆਂ ਜਿਹੜੀਆਂ ਖਰੀਦੀਆਂ, ਤੇ ਉਹ ਵਿਧਾਇਕਾਂ ਨੂੰ ਤੇ MLAs ਨੂੰ ਦੇਣੀਆਂ, ਜਿਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਆ ਉਹ ਕੈਂਸਲ ਹੋ ਚੁੱਕੀਆਂ। ਘੁੰਮਣਾ ਬਹੁਤ ਪੈਂਦਾ MLAs ਨੂੰ ਤੇ ਲੀਡਰਸ ਨੂੰ, ਸੇਵਾ ਬਹੁਤ ਕਰਨੀ ਹੁੰਦੀ ਹੈ ਲੋਕਾਂ ਦੀ, ਤੇ ਗੱਡੀਆਂ ਇਹਨਾਂ ਨੂੰ ਚੰਗੀਆਂ ਚਾਹੀਦੀਆਂ। ਤੇ ਹੁਣ ਖਬਰ ਇਹ ਵੀ ਆ ਕਿ ਕੈਪਟਨ ਸਾਹਿਬ ਨੇ ਆਪਣੇ ਬੰਦਿਆਂ ਨੂੰ ਹੀ ਉਹ ਜਿਹੜੇ ਵਹੀਕਲ ਆ ਉਹ ਨਵਾਜਣੇ ਆ, ਤਾਂ ਤੇ ਉਹਨਾਂ ਦਾ ਜਿਹੜਾ ਖਿਆਲ ਰੱਖਿਆ ਜਾ ਸਕੇ। ਪਿੱਛੇ ਜੇ ਨੌਕਰੀਆਂ ਦਿੱਤੀਆਂ ਸੀ ਆਪਣੇ ਬੰਦਿਆਂ ਨੂੰ, ਇੱਕ ਤੇ ਛੱਡ ਗਿਆ। ਤੇ ਇਦਾਂ ਹੀ ਬੀਤੇ ਦਿਨਾਂ ਦੇ ਵਿੱਚ ਇਹ ਵੀ ਖਬਰ ਸੀ ਕਿ ਉਹਨਾਂ ਨੇ 5-5 ਕਰੋੜ ਜਿਹੜਾ ਆ ਜਾਂ 7-7 ਕਰੋੜ ਹਰ ਇੱਕ ਹਲਕੇ ਦੇ MLA ਨੂੰ ਦੇਣਾ, ਤਾਂ ਜੋ ਜਿਹੜੇ ਆਪਣੇ ਹਲਕੇ ਦੇ ਵਿੱਚ ਰੁਕੇ ਹੋਏ ਕੰਮ ਆ ਉਹਨਾਂ ਨੂੰ ਕਰਵਾ ਸਕਣ, ਤੇ ਵੋਟਾਂ ਲੈਣ ਲਈ ਜਿਹੜੇ ਲੀਡਰ ਆ ਉਹ ਅਗਲੀ ਵਾਰ ਲਈ ਤਿਆਰ ਹੋ ਜਾਣ। ਜੀ ਦੇਖੋ, ਜਿਹੜੀ ਸ਼ਰਾਬ ਦੀ ਵਾਲੀ ਗੱਲ ਆ ਉਹ ਸਵਲੀਨ ਜੀ ਚੰਗੀ ਗੱਲ ਆ, ਉਹਦੇ ਤੇ ਪਹਿਲ ਹੋਣੀ ਚਾਹੀਦੀ ਆ, ਪਰ ਉਹ ਲੇਟ ਬਹੁਤ ਆ। ਉਹਨੂੰ ਤਾਂ ਤੁਸੀਂ ਬਿਲਕੁਲ, ਜੇ ਨਵਜੋਤ ਸਿੰਘ ਸਿੱਧੂ ਵਾਲੀ ਜਿਹੜੀ ਪਲਾਨ ਸੀਗਾ, ਜੇ ਉਹਨੂੰ ਪਹਿਲਾਂ ਲਾਗੂ ਕਰ ਲਿਆ ਜਾਂਦਾ ਤੇ ਸਰਕਾਰ ਦੇ ਰੈਵਨਿਊ 'ਚ ਬਹੁਤ ਵੱਡਾ ਵਾਧਾ ਹੋ ਸਕਦਾ ਸੀ। ਹੋਰ ਵੀ ਜਿੰਨੇ ਪੰਜਾਬ ਦੇ ਮੁੱਦੇ ਖੜੇ ਨੇ, ਇਹ ਗੱਲ ਅਕਸਰ ਕਹੀ ਜਾਂਦੀ ਆ ਕਿ ਉਹਨਾਂ ਦੇ ਉੱਤੇ ਟਾਈਮ ਬਹੁਤ ਲੱਗਦਾ ਆ, ਉਹ ਹੋ ਨਹੀਂ ਸਕਦੇ। ਠੀਕ ਹੈ, ਨੌਕਰੀਆਂ ਦੇਣ ਲਈ ਤੁਹਾਡੇ ਕੋਲ ਰੁਪਈਆਂ ਦੀ ਕਮੀ ਆ, ਪਰ ਬਹੁਤ ਸਾਰੇ ਜਿਹੜੇ ਐਸੇ ਜਿਹੇ ਸੰਸਾਧਨ ਨੇ, ਇਹੋ ਜਿਹੇ ਸਾਧਨ ਨੇ ਜਿੱਥੋਂ ਤੁਸੀਂ ਵੱਡਾ ਰੈਵਨਿਊ ਜਨਰੇਟ ਕਰਕੇ ਤੇ ਮੁਲਕ ਦੇ ਜਾਂ ਆਪਣੇ ਰਾਜ ਦੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ। ਪਰ ਉਹ ਸਿਰਫ ਇਸੇ ਕਰਕੇ ਤਦ ਹੀ ਹੋ ਸੰਭਵ ਆ ਜੇ ਸਰਕਾਰ ਦੀ ਨੀਤ ਹੋਵੇ ਇਸ ਕੰਮ ਨੂੰ ਕਰਨ। ਜੀ ਬਿਲਕੁਲ, ਸਭ ਕਹਿੰਦੇ ਵੀ ਅੜੀ ਚੰਗੀ ਨਹੀਂ ਹੁੰਦੀ, ਪਰ ਪੰਜਾਬ ਦਾ ਇੱਕ ਬੰਦਾ ਅੜ ਗਿਆ ਮਾਫੀ ਮੰਗਾਉਣ ਲਈ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੀ ਆ, ਕਹਿੰਦੇ ਵੀ ਸਿੱਧੂ ਮੇਰੇ ਕੋਲ ਮਾਫੀ ਮੰਗੇ। ਦੋਵੇਂ ਸਿੱਧੂ ਨੇ, ਦੋਵੇਂ ਪਟਿਆਲਵੀ ਆਗੂ ਨੇ, ਤੇ ਦੋਵੇਂ ਖਿਡਾਰੀ ਨੇ, ਜਿੱਤੂਗਾ ਕਿਹੜਾ? ਸਵਲੀਨ, ਹਜੇ ਤੱਕ ਜਿਹੜੀਆਂ ਗੱਲਾਂ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪਿਛਲੇ ਤਕਰੀਬਨ 5-4 ਮਹੀਨੇ ਤੋਂ ਕਰ ਰਹੇ ਹਾਂ, ਆਪਾਂ ਦੇਖਦੇ ਹਾਂ ਕਿ ਰਘੁਨੰਦਰ ਲਾਲ ਭਾਟੀਆ ਤੋਂ ਲੈ ਕੇ, ਹੰਸਪਾਲ ਤੋਂ ਲੈ ਕੇ, ਵਰਿੰਦਰ ਸ਼ਰਮਾ ਤੋਂ ਲੈ ਕੇ, ਕਹਿ ਸਕਦੇ ਕਿ ਲਾਲ ਸਿੰਘ ਵਗੈਰਾ, ਜਾਂ ਹੋਰ ਜਿੰਨੇ ਵੀ ਪੁਰਾਣੇ ਲੀਡਰ ਹੋਏ ਆ, ਖਾਸ ਕਰਕੇ ਪਾਰਟੀ ਪ੍ਰਧਾਨ ਬਾਜਵਾ ਸਾਹਿਬ ਹੋਏ ਨੇ, ਇਹ ਸਾਰੇ ਪ੍ਰਧਾਨਾਂ ਦੀ ਜਦੋਂ KP ਸਾਹਿਬ ਨੂੰ ਲੈਂਦੇ ਆ, ਇਹ ਸਾਰਿਆਂ ਦੀ ਜਦੋਂ ਆਪਾਂ ਇਤਿਹਾਸ ਦੇਖਦੇ ਪਿਛਲਾ ਕਾਂਗਰਸ ਦੀਆਂ ਪ੍ਰਧਾਨਗੀਆਂ ਦਾ, ਤੇ ਆਪਾਂ ਦੇਖਦੇ ਹਾਂ ਕਿ ਜਿੰਨਾ ਰੌਲਾ ਇਸ ਵੇਲੇ ਪ੍ਰਧਾਨਗੀ ਪਹਿਲਾਂ ਦੇਣ ਲਈ ਤੇ ਦੇਣ ਤੋਂ ਬਾਅਦ ਇਸ ਵੇਲੇ ਜਿਹੜੀ ਚਮਕਾਈ ਜਾ ਰਹੀ ਹੈ ਪ੍ਰਧਾਨਗੀ,
ਤੇ ਮੇਰਾ ਖਿਆਲ ਆ ਵੀ ਇਦਾਂ ਸ਼ਾਇਦ ਕੋਈ ਮੁੱਖ ਮੰਤਰੀ ਬਣ ਜਾਵੇ ਤੇ ਉਦੋਂ ਇਦਾਂ ਸਵਾਗਤ ਹੁੰਦੇ ਆ, ਤੇ ਉਦੋਂ ਕੋਈ ਐਡਾ ਵੱਡਾ ਲੀਡਰ ਏਰੀਏ 'ਚ ਆਉਂਦਾ ਤਾਂ ਉਸ ਹਿਸਾਬ ਦੇ ਨਾਲ ਏਡੇ ਏਡੇ ਵੱਡੇ ਇਕੱਠ ਹੁੰਦੇ ਆ। ਅਸੀਂ ਗੱਲਾਂ ਕਰਦੇ ਹਾਂ ਰਫੜ ਮੁੱਕ ਜਾਣਾ, ਤੇ ਰਫੜ ਤੇ ਮੁੱਕਿਆ ਹੀ ਨਹੀਂ ਹੈ। ਆਪਾਂ ਗੱਲ ਪਿਛਲੇ ਐਪੀਸੋਡ ਕੀਤੀ ਸੀਗੀ ਵੀ ਇਹਨਾਂ ਦਾ ਕਲੇਸ਼ ਹੈ, ਜਿਹੜਾ ਕਾਟੋ ਕਲੇਸ਼ ਸੀ ਨਾ ਵੀ ਇਹਨੂੰ ਮਿਲਣੀ ਚਾਹੀਦੀ, ਇਹਨੂੰ ਨਹੀਂ ਮਿਲਣੀ ਚਾਹੀਦੀ, ਪ੍ਰਧਾਨਗੀ ਮਿਲ ਗਈ, ਉਹ ਕਲੇਸ਼ ਖਤਮ ਹੋ ਗਿਆ, ਪਰ ਲੜਾਈ ਹੁਣ ਸ਼ੁਰੂ ਹੋ ਗਈ ਆ। ਇਸ ਵੇਲੇ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਪੂਰੀ ਹਿੱਕ ਦੇ ਜ਼ੋਰ ਦੇ ਨਾਲ ਇਹ ਅਹੁਦਾ ਪ੍ਰਾਪਤ ਕੀਤਾ, ਪੰਜਾਬ ਦੇ ਵਿੱਚੋਂ ਇੱਕੋ ਹੀ ਬੰਦੇ ਦਾ ਨਾਂ ਆ ਰਿਹਾ ਵੀ ਪ੍ਰਗਟ ਸਿੰਘ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਹੈ ਨਹੀਂ ਕੋਈ। ਚੰਨੀ ਤੋਂ ਲੈ ਕੇ ਸੁਖਜਿੰਦਰ ਰੰਧਾਵਾ, ਤ੍ਰਿਪਤਜਿੰਦਰ ਬਾਜਵਾ ਹੌਲੀ ਹੌਲੀ ਜੁੜਦੇ ਇਦਾਂ ਦਾ ਕਾਫਲਾ ਬਣਿਆ ਕਿ ਇਸ ਵੇਲੇ ਤਕਰੀਬਨ ਬਹੁਤ ਵੱਡੇ ਪੱਧਰ ਤੇ ਐਮਐਲਏ ਸਾਬਕਾ ਤੇ ਜਾਂ ਮੌਜੂਦਾ ਉਹ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਲਈ ਜਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲਣ ਲਈ ਜਿੰਨੇ ਇਸ ਵੇਲੇ ਪੱਬਾਂ ਭਾਰ ਹੋਏ ਆ ਤੇ ਭੱਜ ਕੇ ਜੱਫੀਆਂ ਪਾਉਂਦੇ ਆ, ਉਹ ਤੋਂ ਇਹ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਅੜੀ ਕੀਤੀ ਹੋਈ ਆ, ਇਹ ਅੜੀ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਸਿਆਸੀ ਭੁੱਲ ਮੰਨੀ ਜਾਊਗੀ। ਕੋਈ ਰਾਜਨੀਤੀ ਦੇ ਵਿੱਚ ਜਿੰਨਾ ਵੱਡਾ ਕੱਦ ਕੈਪਟਨ ਅਮਰਿੰਦਰ ਸਿੰਘ ਦਾ ਆ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ, ਵੱਡੇ ਫੈਸਲਿਆਂ ਦੇ ਵਿੱਚ ਇਹਨਾਂ ਦਾ ਨਾਂ ਰਿਹਾ ਆ। ਸ਼੍ਰੋਮਣੀ ਅਕਾਲੀ ਦਲ ਛੱਡਿਆ ਕਿਹੜੀ ਗੱਲ ਸੀ ਕਿ ਉਸ ਵੇਲੇ ਮੈਂ ਪੰਜਾਬ ਨਾਲ ਖੜਨਾ ਆ, ਮੈਂ ਉਸ ਵੇਲੇ ਅਸਤੀਫੇ ਕਿਉਂ ਦਿੱਤੇ ਗਏ ਸੀਗੇ, ਵੱਡੇ ਪਾਣੀਆਂ ਦੇ ਮਸਲੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਆ, ਔਰ ਧਾਕੜ ਲੀਡਰ ਜਿਹੜੇ ਉਹ ਕਾਂਗਰਸ ਦੇ ਮੰਨੇ ਜਾਂਦੇ ਆ। ਪਿਛਲੇ 20 ਸਾਲ ਦੀ ਸਰਗਰਮ ਰਾਜਨੀਤੀ ਦੇ ਵਿੱਚ ਕਾਂਗਰਸ ਦੇ ਵਿੱਚ ਨੇ, ਪਰ ਇਹ ਜਿਹੜਾ ਇੱਕ ਛੋਟੀ ਜੀ ਗੱਲ ਤੇ ਆਣ ਕੇ ਅੜੀ ਕਰ ਜਾਣਾ, ਤੇ ਜਦ ਕਿ ਲੱਗਦਾ ਸੀ ਕਿ ਏਡੇ ਵੱਡੇ ਲੀਡਰ ਨੂੰ ਸ਼ਾਇਦ ਇੱਡੀ ਛੋਟੀ ਗੱਲ ਤੇ ਆਣ ਕੇ ਪੈਰ ਨਹੀਂ ਸੀ ਫਸਾਉਣਾ ਚਾਹੀਦਾ, ਜਦ ਹਾਈ ਕਮਾਂਡ ਨੇ ਫੈਸਲਾ ਕਰ ਲਿਆ, ਤੁਹਾਡੇ 77 ਐਮਐਲਏ ਚਲੇ ਗਏ, ਤੁਸੀਂ ਵੀ ਜਾ ਕੇ ਉੱਥੇ ਵਿਰੋਧ ਕਰਕੇ ਆ ਗਏ ਵੀ ਸਿੱਧੂ ਦੇ ਪ੍ਰਧਾਨ ਬਣਨ ਦੇ ਨਾਲ ਵੀ ਉੱਥੇ ਕਾਂਗਰਸ ਜਿਹੜੀ ਦੋ ਫਾੜ ਹੋ ਸਕਦੀ ਆ। ਪਰ ਜਿੱਦਾਂ ਦੇ ਦ੍ਰਿਸ਼ ਕੱਲ੍ਹ ਦੇ ਆ ਰਹੇ ਆ, ਚਾਹੇ ਉਹ ਚੰਡੀਗੜ੍ਹ ਦੇ ਨੇੜੇ ਤੇੜੇ ਦੇ, ਚਾਹੇ ਪਟਿਆਲੇ ਦੇ, ਚਾਹੇ ਸ਼ਹੀਦ ਭਗਤ ਸਿੰਘ ਦੇ ਕੱਲ ਸਮਾਰਕ ਤੇ ਗਏ ਨੇ, ਭਾਵੇਂ ਕਿ ਉੱਥੇ ਥੋੜਾ ਜਿਹਾ ਕਿਸਾਨ ਜਥੇਬੰਦੀਆਂ ਨੇ ਕੁਝ ਕਾਲੇ ਝੰਡੇ ਵੀ ਦਿਖਾਏ ਆ, ਪਰ ਉੱਥੋਂ ਕਾਫਲਾ ਬਾਇਆ ਜਲੰਧਰ ਹੁੰਦਾ ਹੋਇਆ ਕੇਪੀ ਦੇ ਘਰ ਤੋਂ ਹੁੰਦਾ, ਬਾਬਾ ਹੈਨਰੀ ਅਵਤਾਰ ਹੈਨਰੀ ਨੂੰ ਮਿਲਦਾ, ਜਿੱਦਾਂ ਕੱਲ ਗੋਲਡਨ ਗੇਟ ਅੰਮ੍ਰਿਤਸਰ ਤੇ ਪਹੁੰਚਿਆ, ਵਰਦੇ ਮੀਂਹ ਦੇ ਵਿੱਚ ਮਾਝੇ ਵਾਲਿਆਂ ਨੇ ਦੱਸ ਦਿੱਤਾ ਵੀ ਮਾਝੇ ਤੋਂ ਰਾਜਨੀਤੀ ਹਮੇਸ਼ਾ ਹੀ ਉਲਾਰ ਲੈਂਦੀ ਰਹੀ ਆ, ਮਾਝੇ ਨੂੰ ਮੂਹਰੇ ਰੱਖ ਕੇ ਹੀ ਹਮੇਸ਼ਾ ਪੰਜਾਬ ਦੀ ਰਾਜਨੀਤੀ ਵਿੱਚ ਉਥਲ-ਪੁਥਲ ਹੁੰਦੀ ਰਹੀ ਆ। ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਆਪਾਂ ਅਕਾਲੀ ਦਲ 'ਚ ਦੇਖ ਲਈਏ, ਚਾਹੇ ਪ੍ਰਤਾਪ ਸਿੰਘ ਕੈਰੋਂ ਦੇਖ ਲਈਏ, ਚਾਹੇ ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚ ਮਜੀਠਾ ਸਾਹਿਬ ਦੀ ਗੱਲ ਕਰ ਲਈਏ, ਤੇ ਇਸ ਕਰਕੇ ਇਹ ਕੱਲ੍ਹ ਦਾ ਜਿਹੜਾ ਉਹਦਾ ਇਕੱਠ ਮੱਠ ਆ ਜਾਂ ਉਹਦੀ ਜਿਸ ਤਰ੍ਹਾਂ ਨਾਲ ਆਓ ਭਗਤ ਹੋ ਰਹੀ ਆ, ਇਹ ਇਤਿਹਾਸ ਵਿੱਚ ਕਾਂਗਰਸ ਦੀਆਂ ਪ੍ਰਧਾਨੀਆਂ ਇੰਨੀਆਂ ਜਿੰਨੇ ਤੁਹਾਨੂੰ ਮੈਂ ਨਾਂ ਦੱਸੇ, ਕਿੰਨਿਆਂ ਦੀਆਂ ਗਈਆਂ, ਕਿੰਨਿਆਂ ਦੀਆਂ ਆਈਆਂ, ਅੱਜ ਤੱਕ ਏਡਾ ਵੱਡਾ ਸਵਾਗਤ, ਏਡਾ ਵੱਡਾ ਉਤਸ਼ਾਹ ਕਾਂਗਰਸ ਦੇ ਵਰਕਰ ਇਹ ਮਹਿਸੂਸ ਕਰ ਰਹੇ ਆ ਵੀ ਨਵਜੋਤ ਸਿੰਘ ਸਿੱਧੂ ਦੇ ਬਸ ਪ੍ਰਧਾਨਗੀ ਮਿਲਣਾ 2022 ਦੀ ਸਰਕਾਰ ਤਾਂ ਹੀ ਜਿੱਤ ਲਈ, ਅਸੀਂ ਬਣਾ ਲਈ, ਭਾਵੇਂ ਕਿ ਇਹ ਭੁਲੇਖਾ ਹੋ ਸਕਦਾ, ਪਰ ਇਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜਿਹੜਾ ਹਜੇ ਵੀ ਘੱਟੋ ਘੱਟ 6 ਕੈਬਨਿਟ ਮੰਤਰੀ ਇਸ ਗੱਲ ਤੇ ਅੜੇ ਖੜੇ ਆ ਵੀ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਮਾਫੀ ਨਹੀਂ ਮੰਗਦਾ ਕੈਪਟਨ ਤੋਂ, ਉਹਨਾਂ ਚਿਰ ਨਵਜੋਤ ਸਿੰਘ ਸਿੱਧੂ ਨੂੰ ਨਾ ਕੈਪਟਨ ਮਿਲਣਗੇ ਨਾ ਅਸੀਂ ਮਿਲਾਂਗੇ। ਪਰ ਇਹ ਵੱਡੀ ਗੱਲ ਹੈ ਵੀ ਜਿੱਥੇ ਅੱਜ ਤੱਕ 6-7 ਪ੍ਰਧਾਨਾਂ ਦੇ ਨਾਂ ਲਏ ਗਏ, ਕੈਪਟਨ ਅਮਰਿੰਦਰ ਸਿੰਘ ਨੇ ਕਿਹਦੀ ਪ੍ਰਧਾਨਗੀ ਜਿਹੜੀ ਆ ਉਹ ਕਦੀ ਉਹ ਮੰਨੀ ਆ ਜਾਂ ਉਹਦੇ ਵਿੱਚ ਰਹਿ ਕੇ ਕਦੀ ਕੰਮ ਕੀਤਾ ਆ, ਤੇ ਕੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਆ ਉਹਨੇ ਸਿੱਧੂ ਨਾਲੋਂ ਤਾਂ ਬਹੁਤ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਿਆ। ਸੁਖਪਾਲ ਸਿੰਘ ਖਹਿਰਾ ਜਿਹੜੇ ਇਹਦੀ ਪਾਰਟੀ ਦੇ ਸੀਗੇ ਛੱਡ ਕੇ ਕਾਂਗਰਸ ਜਾਂਦੇ ਆ, ਆਮ ਆਦਮੀ ਪਾਰਟੀ 'ਚ ਜਾਂਦੇ ਆ, ਉੱਥੇ ਜਾ ਕੇ ਜਿੱਦਾਂ ਦੀਆਂ ਟਿੱਪਣੀਆਂ ਉਹਨਾਂ ਨੇ ਨਿੱਜੀ ਜੀਵਨ ਨੂੰ ਲੈ ਕੇ ਕੀਤੀਆਂ, ਤੇ ਉਹਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਸੱਦ ਕੇ ਜੱਫੀ ਪਾਉਂਦੇ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਰਾਜਨੀਤੀ ਦੇ ਵਿੱਚ ਇਹ ਦੇਖਣੀਆਂ ਬਣਦੀਆਂ ਆ, ਪਰ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੇ ਦਿਨਾਂ ਵਿੱਚ ਤਾਜਪੋਸ਼ੀ ਦੀਆਂ 1-2 ਦਿਨ ਦੇ ਵਿੱਚ ਤਿਆਰੀਆਂ ਹੋ ਰਹੀਆਂ, ਤੇ ਉਸ ਹਿਸਾਬ ਦੇ ਨਾਲ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਜਿਹੜੀ ਗੱਲ ਆ ਇਹਦਾ ਕੋਈ ਹਾਈ ਕਮਾਂਡ ਹੱਲ ਤਾਂ ਕੱਢ ਸਕਦੀ ਆ, ਪਰ ਇਹ ਜਿਹੜਾ ਫੈਸਲਾ ਵੀ ਮੇਰੇ ਤੋਂ ਮਾਫੀ ਮੰਗ, ਤੇ ਕਿਹੜੀ ਗੱਲ ਦੀ ਮਾਫੀ ਵੀ, ਉਹਨੇ ਲੋਕਾਂ ਦੇ ਮੁੱਦੇ ਉਠਾਏ ਆ, ਉਹੋ ਹੀ ਮੁੱਦੇ ਕਾਂਗਰਸ ਦੇ ਹਾਈ ਕਮਾਂਡ ਦੇ ਮੂਹਰੇ ਗਏ ਆ, ਉਹਨਾਂ ਨੇ 18 ਨਕਾਤੀ ਪ੍ਰੋਗਰਾਮ ਦੇ ਦਿੱਤਾ ਜਿੱਥੇ ਸ਼ਰਮਾ ਜੀ ਪਹਿਲਾਂ ਗੱਲ ਕਰਕੇ ਹਟੇ ਆ, ਤੇ ਜੇ ਉਹ ਮੁੱਦੇ ਉਹਦੇ ਸਹੀ ਸੀ, ਜੇ ਹਾਈ ਕਮਾਂਡ ਨੂੰ ਕੋਈ ਲੱਗੀ ਵੀ ਇਹਨਾਂ ਨੇ ਕੋਈ ਵੀ ਡਿਸਪਲਿਨ ਭੰਗ ਨਹੀਂ ਕੀਤਾ, ਤੇ ਤਾਂ ਹੀ ਉਹਨੂੰ ਪ੍ਰਧਾਨਗੀ ਦਿੱਤੀ ਆ ਨਾ, ਤੇ ਫਿਰ ਮੁੱਦਾ ਕਿਹੜਾ ਰਹਿ ਗਿਆ, ਫਿਰ ਮਾਫੀ ਕਿਹੜੀ ਗੱਲ ਦੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਸਾਥੀਆਂ ਦਾ ਜਾਂ ਕੈਪਟਨ ਸਾਹਿਬ ਵੱਲੋਂ ਜਿਹੜਾ ਬਿਆਨ ਆ ਰਿਹਾ ਆ, ਇਹ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਬਾਹਲਾ ਵੱਡਾ ਮਾਇਨੇ ਨਹੀਂ ਰੱਖਦਾ, ਤੇ ਜਿੱਡੀ ਵੱਡੀ ਉਹਨਾਂ ਦਾ ਕੱਦ ਆ ਸ਼ਖਸੀਅਤ ਤੇ ਪੋਲੀਟੀਕਲ, ਇਹ ਬਿਆਨ ਸ਼ਾਇਦ ਉਹਨਾਂ ਦੇ ਕੱਦ ਮੁਤਾਬਕ ਬਹੁਤ ਛੋਟਾ ਰਹਿ ਗਿਆ। ਖੇਮਾ ਸਿੱਧੂ ਦਾ ਭਾਰੀ ਹੈ, ਮਤਲਬ ਸਿੱਧੂ ਦਾ ਖੇਮਾ ਇਸ ਵੇਲੇ ਪੂਰਾ ਭਾਰੀ ਆ, ਇਸ ਵੇਲੇ 50 ਦੇ ਨੇੜੇ ਤੇੜੇ ਐਮਐਲਏ ਜਿਹੜੇ ਆ ਡਾਇਰੈਕਟ ਇਨਡਾਇਰੈਕਟ ਉਹਦੇ ਨਾਲ ਟੱਚ ਆ। ਕਪਤਾਨ ਦੀ ਅੜੀ ਕਿੰਨੀ ਕੁ ਜਾਇਜ਼ ਆ ਸ਼ਰਮਾ ਜੀ? ਕਪਤਾਨ ਦੀ ਅੜੀ ਤਾਂ ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਜਾਇਜ਼ ਨਹੀਂ ਹੈਗੀ, ਪਰ ਜਦੋਂ ਵੱਡਾ ਲੀਡਰ ਆ, ਜਦੋਂ ਉਹਦੀ ਜਿਹੜੀ ਆ ਖੋਈ ਜਾਂਦੀ ਉਹਦੇ ਕੋਲੋਂ ਪਦਵੀ, ਹਾਲਾਂਕਿ ਕੋਈ ਪਦਵੀ ਸਿੱਧੋ ਜੇ ਦੇਖਿਆ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਨਹੀਂ ਖੋਈ ਗਈ,
ਲੜਾਈ ਸੀਗੀ ਸਿੱਧੂ ਸਾਹਿਬ ਦੀ ਕੈਪਟਨ ਨਾਲ ਤੇ ਬਲੀ ਮਿਲੀ ਆ ਜਾਖੜ ਸਾਹਿਬ ਦੀ, ਸੁਨੀਲ ਜਾਖੜ, ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ ਦੀ। ਸਾਫ ਸੁਥਰੇ ਲੀਡਰ ਨੇ, ਘੱਟ ਬੋਲਦੇ ਨੇ, ਤੱਥਾਂ ਤੇ ਬੋਲਦੇ ਨੇ, ਨਿਮਰ ਬੋਲਦੇ ਨੇ। ਸ਼ਰਮਾ ਜੀ ਉਹ ਬਲੀ ਤਾਂ ਲਈ ਦੇਖ ਗਈ ਰਹੇ ਆ ਉਹਨਾਂ ਦੀ, ਵੀ ਉਹਦੇ ਨਾਲ ਫਿਰਦੇ ਵਿਚਾਰੇ ਉਦਣ ਦੇ, ਉਹ ਉਹਨਾਂ ਦੇ ਕਹਿੰਦੇ ਨਾਲ ਕੁਝ ਨੇ। ਉਹਨਾਂ ਨੇ ਪਹਿਲਾਂ ਹੀ ਜਿਸ ਦਿਨ ਉਹਨਾਂ ਨੇ ਜਿਨ੍ਹਾਂ ਨੂੰ ਮਿਲੀ ਆ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਹਲੇ ਨਹੀਂ ਮਿਲੀ ਸੀ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਾ ਕੇ ਜਾਖੜ ਨੂੰ ਮੁਲਾਕਾਤ ਵੀ ਕੀਤੀ ਤੇ ਇਹ ਵੀ ਕਿਹਾ ਕਿ ਜਾਖੜ ਸਾਹਿਬ ਤੋਂ ਮੈਂ ਕੁਝ ਮਿੰਟ ਬੈਠ ਕੇ ਹੀ ਮਹੀਨਿਆਂ ਦੀਆਂ ਕਲਾਸਾਂ ਜਿੰਨੀ ਜਿਹੜੀ ਸਿੱਖਿਆ ਉਹ ਲੈ ਲਈ ਆ ਤਾਂ ਕਿ ਮੈਂ ਪ੍ਰਧਾਨ ਜਿਹੜਾ ਬਣ ਜਾਣਾ। ਸਾਡੀ ਜੋੜੀ ਹਿੱਟ ਰਹੇਗੀ, ਇਦਾਂ ਦੇ ਵੀ ਕੁਝ ਖਬਰ ਇਹ ਆ ਰਹੀ ਆ ਕਿ 23 ਤਰੀਕ ਨੂੰ ਉਹਨਾਂ ਨੇ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਜਿਹੜੀ ਸਹੁੰ ਆ ਉਹ ਚੁੱਕ ਲੈਣੀ ਆ ਤੇ ਨਾਲ ਦੇ ਨਾਲ 4 ਪ੍ਰਧਾਨ ਜਿਹੜੇ ਕਾਰਜਕਾਰੀ ਲਾਏ ਨੇ ਉਹਨਾਂ ਨੇ ਵੀ ਸਹੁੰ ਚੁੱਕ ਲੈਣੀ ਆ ਜੀ। ਦਰਬਾਰ ਸਾਹਿਬ ਗਏ ਨੇ ਅੱਜ ਤੇ ਉੱਥੇ ਖਬਰ ਇਹ ਆ ਰਹੀ ਆ ਕਿ 60 ਤੋਂ ਜ਼ਿਆਦਾ ਜਿਹੜੇ ਐਮਐਲਏ ਨੇ ਜਾਂ ਵਿਧਾਇਕ ਨੇ ਵਿੱਚ ਹੀ ਮੰਤਰੀ ਨੇ ਉਹਨਾਂ ਦੇ ਨਾਲ ਉੱਥੇ ਸ਼ਾਮਿਲ ਨੇ। ਗਿਣਤੀ ਥੋੜੀ ਬਹੁਤ ਇੱਧਰ ਉੱਧਰ ਹੋ ਸਕਦੀ ਆ ਪਰ ਖਬਰ ਦੀ ਗੱਲ ਇਹ ਆ ਕਿ ਲੁਧਿਆਣੇ ਤੋਂ 4 ਐਮਐਲਏ ਜਿਹੜੇ ਆ ਉਹ ਹਾਲੇ ਤੱਕ ਕਿਸੇ ਵੀ ਬੋਲੇ ਨਹੀਂ। ਪਾਂਡੇ ਸਾਹਿਬ ਵੀ ਨੇ ਉੱਥੇ, ਭਰਤ ਭੂਸ਼ਣ ਆਸ਼ੂ ਨੇ, ਡਾਬਰ ਨੇ ਤੇ ਇੱਕ ਹੋਰ ਨੇ ਤੇ ਇਦਾਂ ਹੀ ਚਾਰੇ ਹੀ ਹੁਸ਼ਿਆਰਪੁਰ ਤੋਂ ਜਿਹੜੇ ਐਮਐਲਏ ਨੇ ਉਹਨਾਂ ਦਾ ਵੀ ਜਿਹੜੀ ਕੋਈ ਕਨਸੋ ਉਧਰ ਨਜ਼ਰ ਨਹੀਂ ਆਈ, ਚਾਹੇ ਉਹ ਸ਼ਾਮ 84 ਤੋਂ ਨੇ, ਚਾਹੇ ਹੁਸ਼ਿਆਰਪੁਰ ਤੋਂ ਨੇ, ਚਾਹੇ ਚੱਬੇਵਾਲ ਤੋਂ ਨੇ ਤੇ ਚਾਹੇ ਉਹ ਦਸੂਹੇ ਵਾਲੇ ਨੇ। ਕੁਝ ਲੋਕ ਜਿਹੜੇ ਨੇ ਹਾਲੇ ਵੀ ਉਹਨਾਂ ਦੇ ਖਿਲਾਫ ਨਹੀਂ ਬੋਲ ਰਹੇ ਤਾਂ ਪਰ ਉਹਨਾਂ ਨੇ ਉਹਨਾਂ ਨੂੰ ਸਰਸਰੀ ਵਧਾਈ ਤੱਕ ਵੀ ਨਹੀਂ ਦਿੱਤੀ, ਰਵਾਇਤ ਵੀ ਨਹੀਂ ਨਿਭਾਈ ਕਿ ਜੇ ਪਾਰਟੀ ਨੇ ਹਾਈ ਕਮਾਂਡ ਨੇ, ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਹਾਈ ਕਮਾਂਡ ਨੇ ਪ੍ਰਧਾਨ ਬਦਲ ਦਿੱਤਾ ਤੇ ਉਸ ਚੀਜ਼ ਨੂੰ ਉਹ ਧੜੇਬੰਦੀ ਦੇ ਤੌਰ ਤੇ ਦੇਖ ਰਹੇ ਨੇ। ਕੈਪਟਨ ਦੀ ਘੁਰਕੀ ਤੋਂ ਡਰਦੇ ਆ, ਕੈਪਟਨ ਦੀ ਘੁਰਕੀ ਤੋਂ ਡਰਦੇ ਨੇ, ਇਦਾਂ ਵੀ ਤੁਸੀਂ ਕਹਿ ਸਕਦੇ ਆ, ਬਿਲਕੁਲ ਠੀਕ ਆ, ਧੜੇਬੰਦੀ ਬਣਾ ਕੇ ਚੱਲਦੇ ਨੇ। ਪਰ ਜੇ ਇਹਨੂੰ ਸਿਆਸੀ ਨਜ਼ਰੀਏ ਨਾਲ ਦੇਖਿਆ ਜਾਵੇ ਤੇ ਸਿੱਧੂ ਸਾਹਿਬ ਨੂੰ ਪ੍ਰਧਾਨ ਲਾਇਆ ਗਿਆ ਤੇ ਹਾਈ ਕਮਾਂਡ ਨੇ ਇਹ ਵੀ ਕਿਹਾ ਆ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਪ੍ਰਧਾਨ ਦਾ ਕੈਬਨਿਟ 'ਚ ਕੋਈ ਦਖਲ ਨਹੀਂ ਰਹੇਗਾ, ਸਿੱਧਾ ਦਖਲ ਹੁੰਦਾ ਵੀ ਨਹੀਂ ਕੋਈ ਜੀ। ਤੇ ਬਿਲਗਾ ਸਾਹਿਬ ਨੇ ਦੱਸ ਦਿੱਤਾ ਬੜੇ ਲੰਬੇ ਚੌੜੇ ਪਿਛਲੇ ਬਹੁਤ ਸਾਰੇ ਪ੍ਰਧਾਨਾਂ ਤੋਂ ਕਿ ਕੈਪਟਨ ਸਾਹਿਬ ਜਾਂ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਉਹ ਪ੍ਰਧਾਨ ਦੇ ਨਾਲ ਸਹਿਮਤੀ ਨਾਲ ਚੱਲੇ ਤਾਂ ਠੀਕ ਆ, ਨਾ ਹੋਵੇ ਤੇ ਉਹ ਪ੍ਰਧਾਨ ਦੀ ਕੋਈ ਗੱਲ ਨਾ ਵੀ ਮੰਨੇ ਤੇ ਕੈਬਨਿਟ ਦੇ ਵਿੱਚ ਉਹਦਾ ਕੋਈ ਵੱਡਾ ਦਖਲ ਨਹੀਂ ਹੁੰਦਾ। ਤੇ ਇੰਨੀ ਲੰਬੀ ਚੌੜੀ ਜਿਹੜੀ ਨਾਰਾਜ਼ਗੀ ਕੈਪਟਨ ਸਾਹਿਬ ਨੇ ਜ਼ਾਹਰ ਕੀਤੀ ਆ ਉਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਆ ਜਾਂ ਇਦਾਂ ਦਾ ਆਭਾਸ ਹੁੰਦਾ ਕਿ ਹੋ ਸਕਦਾ ਕੈਪਟਨ ਸਾਹਿਬ ਨੂੰ ਇਹ ਲੱਗਦਾ ਹੋਵੇ ਕਿ ਹੁਣ ਇਹਨੂੰ ਪ੍ਰਧਾਨ ਬਣਾਇਆ ਪਰ ਮੇਰੇ ਕੋਲ ਮਹੀਨੇ 6 ਹੀ ਨੇ, ਇਦਾਂ ਹੋ ਸਕਦਾ। ਅਦਰਵਾਈਜ਼ ਕੈਪਟਨ ਸਾਹਿਬ ਨੂੰ ਜਿਹੜੀ ਇਦਾਂ ਦੀ ਨਾਰਾਜ਼ਗੀ ਨਹੀਂ ਦਿਖਾਉਣੀ ਚਾਹੀਦੀ ਸੀ, ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਇਆ, ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਸੀ, ਉਹਨਾਂ ਨੂੰ ਮਿਲ ਲੈਣਾ ਚਾਹੀਦਾ ਸੀ, ਚਾਹੇ ਆਪ ਚਲੇ ਜਾਂਦੇ ਚਾਹੇ ਉਹਨੂੰ ਬੁਲਾ ਲੈਂਦੇ ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ ਤਾਂ ਜੋ ਉਹ ਜਿਹੜੀ ਚੀਜ਼ ਹੋਣੀ ਸੀ ਉਹ ਪਾਰਟੀ ਦੇ ਹਿੱਤ 'ਚ ਹੋਣੀ ਸੀ ਤੇ ਪੰਜਾਬ ਦੇ ਵੀ ਹਿੱਤ 'ਚ ਹੋਣੀ ਸੀ। ਸ਼ਰਮਾ ਜੀ ਇਦਾਂ ਤੇ ਨਹੀਂ ਹੈਗਾ ਵੀ ਜਿਸ ਤਰ੍ਹਾਂ ਦਾ ਸਮਰਥਨ ਉਹਨੂੰ ਪੂਰੇ ਪੰਜਾਬ ਭਰ 'ਚ ਇਸ ਵੇਲੇ ਕਾਂਗਰਸੀ ਵਰਕਾਂ ਦੇ ਉਤਸ਼ਾਹ 'ਚ ਵੀ ਮਿਲ ਰਿਹਾ ਹੈ ਵੀ ਜਿਵੇਂ ਕਿ 2-3 ਦਿਨ ਦੇ ਵਿੱਚ ਹੀ ਗੇਮ ਪਲਟ ਕੇ ਰੱਖ ਦਿੱਤੀ, ਜਿਹਦੇ ਨਾਲ ਕੋਈ ਨਹੀਂ ਸੀ ਉਹਦੇ ਨਾਲ ਹੀ ਇਸ ਵੇਲੇ ਸਾਰੇ ਲੱਗਦੇ ਵੀ ਕੈਪਟਨ ਸਾਹਿਬ ਨੂੰ ਕਿਤੇ ਐਂ ਤਾਂ ਨਹੀਂ ਮਹਿਸੂਸ ਹੋ ਰਿਹਾ ਵੀ ਹੁਣ ਜਿਹੜੀ 2022 'ਚ ਮੈਨੂੰ ਚਿਹਰਾ ਬਣਾਉਣਾ ਸੀ ਜਾਂ ਮੈਂ ਅਗਲੀ ਲੜਾਈ ਲੜਨੀ ਸੀਗੀ ਵੀ ਸਿੱਧੂ ਸ਼ਾਇਦ ਉਹਦੇ 'ਚੋਂ ਮੈਨੂੰ ਬਾਹਰ ਕਰ ਦੂਗਾ, ਇਦਾਂ ਦਾ ਤਾਂ ਨਹੀਂ ਕੁਝ? ਬਿਲਕੁਲ ਮੈਨੂੰ ਇਹੀ ਲੱਗਿਆ ਕਿ ਹੋ ਸਕਦਾ ਕੈਪਟਨ ਸਾਹਿਬ ਨੂੰ ਇਹ ਆਭਾਸ ਹੋ ਗਿਆ ਹੋਵੇ ਕਿ ਮੈਨੂੰ ਇਹਨਾਂ ਨੇ ਅਗਲੀ ਟਰਮ ਜਿਹੜੀ ਉਹ ਨਹੀਂ ਦੇਣੀ, ਉਹਦੇ ਲਈ ਏਜ ਵੀ ਇੱਕ ਫੈਕਟਰ ਆ ਤੇ ਜਿਹੜਾ ਸਿੱਧੂ ਸਾਹਿਬ ਦਾ ਵੱਡਾ ਸਵਾਗਤ ਹੋ ਰਿਹਾ ਬਿਲਗਾ ਸਾਹਿਬ ਉਹਦੇ ਲਈ ਮੇਰਾ ਨਜ਼ਰੀਆ ਇਹ ਆ ਕਿ ਲੋਕ ਜਿਹੜੇ ਆ ਉਹ ਬਹੁਤ ਸਤੇ ਹੋਏ ਨੇ, ਪਰੇਸ਼ਾਨ ਨੇ, ਸਮੱਸਿਆਵਾਂ ਦਾ ਹੱਲ ਲੱਭਦੇ ਨੇ ਤੇ ਉਹਨਾਂ ਨੂੰ ਉਹ ਸਮੱਸਿਆਵਾਂ ਦਾ ਹੱਲ ਹਰ ਇੱਕ ਚੰਗਾ ਬੋਲਣ ਵਾਲੇ 'ਚੋਂ ਨਜ਼ਰ ਆਉਂਦਾ ਆ। ਹਾਲਾਂਕਿ ਉਹ 4 ਸਾਲ ਬਾਅਦ 5 ਸਾਲ ਬਾਅਦ ਪਛਤਾਉਂਦੇ ਹੀ ਨਜ਼ਰ ਆਉਂਦੇ ਆ। ਮਨਪ੍ਰੀਤ ਬਾਦਲ ਨੇ ਜਦੋਂ PPP ਬਣਾਈ ਸੀ ਤੇ ਖਟਕੜ ਕਲਾਂ ਵਾਲਾ ਜਿਹੜਾ ਇਕੱਠ ਆ ਤੁਹਾਨੂੰ ਯਾਦ ਹੋਣਾ, ਆਮ ਆਦਮੀ ਪਾਰਟੀ ਦੇ ਇਕੱਠਾਂ ਦੇ ਵਿੱਚ ਲੋਕ ਜਿੱਦਾਂ ਸ਼ਾਮਲ ਹੁੰਦੇ ਸੀ ਉਤੋਂ ਇਹੀ ਨਜ਼ਰ ਆਉਂਦਾ ਸੀਗਾ ਕਿ ਉਹ ਸਮੱਸਿਆਵਾਂ ਦਾ ਹੱਲ ਲੱਭਦੇ ਨੇ। ਬਲਵੰਤ ਸਿੰਘ ਰਾਮੂਵਾਲੀਆ ਤੋਂ ਵੀ ਲੋਕਾਂ ਨੇ ਬਿਲਕੁਲ ਜੀ। ਪ੍ਰੋਗਰਾਮ ਵਿਚਾਰ ਚਰਚਾ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਦੋਵੇਂ ਸਟੂਡੀਓ 'ਚ ਆਏ, ਬੜੇ ਸੋਹਣੇ ਢੰਗ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।